सतनाम श्री वाहिगुरु साहिब जी। तेरे गुण बहुते मैं एक न जानिया, मैं मूरख किछ दीजै प्रणवत नानक सुन मेरे साहिबा। डुबदा पत्थर लीजै पूछत पथिक ते मार्ग न धारै पग। प्रीतम कै देश कैसे बातन सह जाइयै, पूछत है वैद खात औखद न संजम से। कैसे मिटै रोग सुख सहजा समाइयै, पूछत सुहागन है कर्म दुहागन कै। हृदय विचार कत से जा बुलाइयै, गाए सुनै आँखें मीचै पाइयै ना परम पद। गुर उपदेश गह जो लो न कमाइयै, आज हमारे बने फाग। प्रभ संगी मिल खेलन लाग, होले कीनी संत सेव। रंग लगा अत लाल देव तू मेरो मेल। पर्वत स्वामी ओट गही मैं तेरी, ना तुम डोलो ना हम गिरते। रख लीनी हर मेरी बेशुमार, अथाह गणत अतुल। ज्यों बुलावहो त्यों नानक दास बोलै। सतगुरु गरीब निवाज हाजरा हजूर ज़ाहरा ज़हूर। समर्थ गुरु प्रतख गुरु दसां गुरां दी जागदी जोत। धन धन सतगुरु श्री गुरु ग्रंथ साहिब जी दे पावन पवित्र गोद दा रंग रस माण रहे गुरु प्यारिओ। जुड़ बैठे हाँ पावन दिहाड़ा होले महल्ले दी विचार सांझियां करन लई। आओ विचारां आप जी दे सन्मुख भेंट करां। सब तो पहला गुरुदेव जी बख्शी फतेह प्रवान करना जी। आखो जी वाहिगुरु जी का खालसा वाहिगुरु जी की फतेह। कदी सिख इकट्ठे हुंदे हन गुरपुरब मनाण, कदी शहीदी दिहाड़े, कदी जोड़ मेले ते कदी कोई त्यौहार मनाण लई। गुरां दी आमद नूं गुरपुरब, गुरुआं तो संबंधित त्योहारां नूं गुरपुरब, शहादतां तो संबंधित समागमां नूं शहीदी जोड़ मेले। इसे तरह कुछ त्यौहार जिहड़े मनाए जाते हैं उन्हां दे वक्खो वक्ख कारण हुंदे हन। कुछ त्यौहार रुत्तां ते निर्भर करते हैं, इस करके मनाए जाते हैं। कुछ जाति वर्णां ते निर्भर करते हैं, इस करके मनाए जाते हैं। ब्राह्मण ने जिथे 4 आश्रम बनाए उत्थे 4 वर्ण वंड भी कीती ते वर्णां नूं ते आश्रमां नूं भी कुछ त्यौहार मिथ दिते सन। ध्यान रख लेना सिख धर्म में जितने भी समागम जितने भी त्यौहार मनाए जाते हैं केवल एक कारण है, तुध चित आए महा आनंदा जिस विसरै सो मर जाए। गुरुद्वारे बुलाना एक बहाना सी। क्यों? क्योंकि गुरु द्वारे होए सोझी पाए सी, एत द्वारे धोए हच्छा होए सी।
ਹੋਲੀ ਦਾ ਤਿਉਹਾਰ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਅਨੁਸਾਰ ਅਸੀਂ ਆਮ ਪੜ੍ਹਦੇ ਹਾਂ, ਅਵਰਨ ਕੀ ਹੋਲੀ ਮਮ ਹੋਲਾ। ਅਵਰਨ ਕੀ ਹੋਲੀ ਮਮ ਹੋਲਾ, ਕਹਿਓ ਕਿਰਪਾਨਿਧ ਬਚਨ ਅਮੋਲਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਖਿਆ ਹੋਲੀ ਬੜਾ ਪਵਿੱਤਰ ਤਿਉਹਾਰ ਸੀ, ਬੜਾ ਪਵਿੱਤਰ ਤਿਉਹਾਰ, ਬਦੀ ਉੱਪਰ ਨੇਕੀ ਦੀ ਜਿੱਤ ਦਾ ਤਿਉਹਾਰ ਸੀ। ਪਰ ਇਹ ਤਿਉਹਾਰ ਗਰਕ ਹੁੰਦਾ ਗਿਆ ਸਮੇਂ ਦੇ ਚਾਲ ਮੁਤਾਬਕ। ਇਹ ਕੇਵਲ ਉਪੱਦਰ ਮਚਾਉਣ ਦਾ, ਛੇੜਛਾੜ ਦਾ, ਨਸ਼ੇ ਜੂਏ ਦਾ ਤਿਉਹਾਰ ਬਣ ਕੇ ਰਹਿ ਗਿਆ। ਸੋ ਕਲਗੀਧਰ ਪਿਤਾ ਜੀ ਨੇ ਹੋਲੀ ਮਨਾਉਣ ਤੋਂ ਸਿੱਖਾਂ ਨੂੰ ਵਰਜ ਕੇ ਕਹਿ ਦਿੱਤਾ ਕਿ ਅਸੀਂ ਹੋਲੀ ਨਹੀਂ, ਅਸੀਂ ਹੋਲਾ ਮਨਾਵਾਂਗੇ, ਹੋਲਾ ਮਹੱਲਾ। ਆਨੰਦਪੁਰ ਸਾਹਿਬ ਵਿੱਚ ਅੱਜ ਦਾ ਇਹ ਦਿਹਾੜਾ ਬੜੇ ਖਾਸ ਤੌਰ 'ਤੇ ਮਨਾਇਆ ਜਾਂਦਾ ਹੈ, ਕਿਉਂਕਿ ਆਨੰਦਪੁਰ ਸਾਹਿਬ ਵਿੱਚ ਜਿਹੜੇ ਗੁਰੂ ਸਾਹਿਬ ਨੇ ਕਿਲ੍ਹੇ ਬਣਾਏ, ਲੋਹਗੜ੍ਹ, ਆਨੰਦਗੜ੍ਹ, ਕੇਸਗੜ੍ਹ, ਨਿਰਮੋਹਗੜ੍ਹ, ਫਤਿਹਗੜ੍ਹ, ਉਹਨਾਂ ਵਿੱਚੋਂ ਹੀ ਇੱਕ ਕਿਲ੍ਹਾ ਸੀ ਹੋਲਗੜ੍ਹ। ਇਹ ਹੋਲਗੜ੍ਹ ਕਿਲ੍ਹਾ ਹੋਲੇ ਮਹੱਲੇ ਲਈ ਬਣਾਇਆ ਗਿਆ ਸੀ। ਲੋਹਗੜ੍ਹ ਕਿਲ੍ਹਾ ਉਹ ਕਿਲ੍ਹਾ ਸੀ ਜਿੱਥੇ ਸ਼ਸਤਰ ਤਿਆਰ ਹੁੰਦੇ ਸਨ, ਅਤੇ ਹੋਲਗੜ੍ਹ ਉਹ ਕਿਲ੍ਹਾ ਸੀ ਜਿੱਥੇ ਹੋਲੇ ਮਹੱਲੇ ਵਾਲੇ ਦਿਨ ਉਹਨਾਂ ਸ਼ਸਤਰਾਂ ਦਾ ਅਭਿਆਸ ਕੀਤਾ ਜਾਂਦਾ ਸੀ। ਦੋ ਟੋਲੇ ਵੰਡ ਦਿੱਤੇ ਜਾਂਦੇ ਸਨ, ਇੱਕ ਟੋਲਾ ਹਮਲਾ ਕਰਦਾ ਸੀ, ਦੂਸਰਾ ਬਚਾਉਂਦਾ ਸੀ। ਦੋਨਾਂ ਦੀ ਝੜਪ ਗੁਰੂ ਸਾਹਿਬ ਦੇਖਦੇ ਸੀ, ਇੱਕ ਨਾਟਕੀ ਰੂਪਾਂਤਰਣ ਦਿੰਦੇ ਸੀ ਤਾਂ ਕਿ ਸਿੰਘਾਂ ਨੂੰ ਸ਼ਸਤਰਾਂ ਦੀ, ਘੁੜਸਵਾਰੀ ਦੀ, ਨੇਜੇਬਾਜੀ ਦੀ, ਗੋਲੇ ਬਾਰੂਦ ਦੀ ਔਰ ਜੰਗ ਦੇ ਮੈਦਾਨ ਦੀ ਚੰਗੀ ਤਰ੍ਹਾਂ ਆਪਣੇ ਜ਼ਿਹਨ ਵਿੱਚ, ਆਪਣੇ ਮਨ ਵਿੱਚ, ਚਿੱਤ ਬੁੱਧ ਵਿੱਚ ਇਹ ਚੰਗੀ ਤਰ੍ਹਾਂ ਪੱਕੀ ਗੱਲ ਹੋ ਜਾਵੇ ਕਿ ਅਸੀਂ ਹੋਲੀ ਦੀ ਤਰ੍ਹਾਂ ਖਰੋਦ ਨਹੀਂ ਮਚਾਉਣਾ, ਹੋਲੀ ਦੀ ਤਰ੍ਹਾਂ ਛੇੜਛਾੜ ਦਾ ਤਿਉਹਾਰ ਇਸ ਨੂੰ ਨਹੀਂ ਮਨਾਉਣਾ, ਇਸ ਨੂੰ ਅਸੀਂ ਸ਼ਸਤਰਾਂ ਨੂੰ ਸਮਰਪਿਤ ਕਰਕੇ ਹੋਲਾ ਮਹੱਲਾ ਬਣਾਉਣਾ ਹੈ। ਇਹ ਅਰਬੀ ਦਾ ਸ਼ਬਦ ਸੀ ਹੋਲਾ ਮਹੱਲਾ, ਜਿਸ ਵਿੱਚ ਹੋਲਾ ਦਾ ਅਰਥ ਹੈ ਹਮਲਾ ਔਰ ਮਹੱਲਾ ਦਾ ਅਰਥ ਹੈ ਹਮਲਾ ਕਰਨ ਵਾਲੀ ਥਾਂ। ਸੋ ਇਹ ਤਿਉਹਾਰ ਸਮਰਪਿਤ ਸੀ ਤਾਂ ਕਿ ਇੱਕ ਸਿੱਖ ਸ਼ਸਤਰਧਾਰੀ ਹੋਵੇ ਔਰ ਜਿੱਥੇ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ਾਂ ਰਾਹੀਂ ਅਰੋਗ ਕਰ ਰਿਹਾ ਹੈ, ਉੱਥੇ ਤਨ ਨੂੰ ਵੀ ਸਬਲ ਸ਼ਕਤ ਕਰੇ ਸ਼ਸਤਰਾਂ ਤੇ ਘੁੜਸਵਾਰੀ ਨਾਲ। ਕੁਝ ਚੀਜ਼ਾਂ ਹਦਾਇਤ ਲਈ ਕਹੀਆਂ ਜਾਂਦੀਆਂ, ਪਰ ਜਦੋਂ ਉਹ ਹਦਾਇਤ ਬਹੁਤਾਤ ਵਿੱਚ ਹੋ ਜਾਏ ਤੇ ਉਹ ਕਰਮਕਾਂਡ ਬਣ ਜਾਂਦੀ ਹੈ। ਕਰਮਕਾਂਡ ਵਿੱਚੋਂ ਵਿਵੇਕ ਕੱਢ ਦੇਵਾਂ ਤੇ ਉਹ ਕੇਵਲ ਅੰਧ ਵਿਸ਼ਵਾਸ ਬਣ ਕੇ ਰਹਿ ਜਾਂਦੀ ਹੈ ਔਰ ਕੁਛ ਵੀ ਨਹੀਂ। ਇਸ ਚੀਜ਼ ਨੂੰ ਅੱਜ ਖੋਲ੍ਹਣ ਦਾ ਯਤਨ ਕਰਾਂਗਾ। ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਇੰਸਟਰਕਸ਼ਨਸ। ਕੋਈ ਕੰਮ ਕਰਨਾ ਹੈ, ਤੁਹਾਨੂੰ ਕੁਝ ਇੰਸਟਰਕਸ਼ਨ ਦਿੱਤੀ ਜਾਏਗੀ, ਪਰ ਇੰਸਟਰਕਸ਼ਨ ਬਹੁਤਾਤ ਵਿੱਚ ਫੋਲੋ ਹੋਣ ਲੱਗ ਜਾਏ ਤੇ ਉਹ ਟ੍ਰੈਡੀਸ਼ਨ ਬਣ ਜਾਂਦਾ ਹੈ। ਟ੍ਰੈਡੀਸ਼ਨ ਬਹੁਤਾਤ ਵਿੱਚ ਫੋਲੋ ਹੋ ਜਾਏ, ਉਸ ਵਿੱਚੋਂ ਮੈਂ ਅਕਲ ਬਾਹਰ ਕੱਢਦੇ ਹਾਂ ਤੇ ਉਹ ਕੇਵਲ ਸੁਪਰਸਟੀਸ਼ਨ ਬਣ ਕੇ ਰਹਿ ਜਾਂਦਾ, ਜਿਸ ਨੂੰ ਅਸੀਂ ਅੰਧ ਵਿਸ਼ਵਾਸ ਕਹਿੰਦੇ ਹਾਂ। ਹੋਲੀ ਮਿਥਿਹਾਸਕ ਕਹਾਣੀਆਂ ਅਨੁਸਾਰ ਮੁਲਤਾਨ ਦਾ ਰਾਜਾ ਸੀ ਹਰਨਾਖਸ਼। ਬੜਾ ਜ਼ਿਕਰ ਹੈ ਹਰਨਾਖਸ਼ ਤੇ ਉਸਦੇ ਲੜਕਾ ਪ੍ਰਹਿਲਾਦ, ਗੁਰਬਾਣੀ ਵਿੱਚ ਬਹੁਤ ਜ਼ਿਕਰ ਹੈ। ਹੁਣੇ ਹੀ ਭਾਈ ਸਾਹਿਬ ਨੇ ਆਸਾ ਕੀ ਵਾਰ 'ਚੋਂ ਆਖਰੀ ਪੌੜੀ ਪੜ੍ਹੀ, ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਮੁਲਤਾਨ ਦਾ ਰਾਜਾ ਸੀ ਹਰਨਾਖਸ਼। ਇਸ ਦੇ ਘਰ ਜਿਹੜਾ ਬੇਟਾ ਪੈਦਾ ਹੋਇਆ ਉਹ ਬੜਾ ਵੱਡਾ ਪਰਮਾਤਮਾ ਦਾ ਭਗਤ ਹੋ ਨਿਬੜਿਆ, ਜਿਸ ਦਾ ਨਾਮ ਸੀ ਪ੍ਰਹਿਲਾਦ। ਹਰਨਾਖਸ਼ ਨੇ ਬੜੀ ਭਗਤੀ ਕੀਤੀ ਤੇ ਇਹ ਅਵਤਾਰਾਂ ਤੋਂ ਵਰ ਲੈ ਲਿਆ ਕਿ ਮੈਨੂੰ ਕੋਈ ਮਾਰ ਨਾ ਸਕੇ। ਹੁਣ ਗੁਰੂ ਦੇ ਮੁਤਾਬਿਕ ਤੇ ਜਿਹੜਾ ਆਇਆ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਗੁਰਦੇਵ ਦੇ ਮੁਤਾਬਿਕ ਤੇ ਜਿਹੜਾ ਆਇਆ ਉਸ ਨੂੰ ਜਾਣਾ ਹੀ ਪਏਗਾ, ਪਰ ਹਰਨਾਖਸ਼ ਨੇ ਅਵਤਾਰਾਂ ਤੋਂ ਇਹ ਵਰ ਲੈ ਲਿਆ ਕਿ ਮੈਂ ਮਰਾਂ ਹੀ ਨਾ। ਹੁਣ ਕਿੱਥੇ ਨਾ ਮਰਾਂ, ਨਾ ਮੈਂ ਘਰ ਦੇ ਅੰਦਰ ਮਰਾਂ, ਨਾ ਘਰ ਦੇ ਬਾਹਰ ਮਰਾਂ, ਨਾ ਮੈਨੂੰ ਇਨਸਾਨ ਮਾਰ ਸਕੇ, ਨਾ ਮੈਨੂੰ ਜਾਨਵਰ ਮਾਰ ਸਕੇ, ਨਾ ਮੈਂ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਮੈਨੂੰ ਅਸਤਰ ਮਾਰ ਸਕਣ, ਨਾ ਮੈਨੂੰ ਸ਼ਸਤਰ ਮਾਰ ਸਕਣ। ਅਸਤਰ ਔਰ ਸ਼ਸਤਰ ਵਿੱਚ ਕੀ ਫਰਕ ਹੈ? ਸ਼ਸਤਰ ਉਹ ਹੈ ਜਿਹੜਾ ਮੇਰਾ ਹੱਥ ਵਿੱਚ ਪਕੜਿਆ ਹੋਵੇ, ਸਾਹਮਣੇ ਵਾਲੇ ਤੇ ਵਾਰ ਵੀ ਹੋ ਜਾਵੇ ਪਰ ਉਹ ਚੀਜ਼ ਰਹੇ ਮੇਰੇ ਹੱਥ ਵਿੱਚ ਹੀ।
ਜਿਵੇਂ ਕਿਰਪਾਨ ਹੈ, ਤਲਵਾਰ ਹੈ, ਬੰਦੂਕ ਹੈ, ਤੇਗਾ ਹੈ, ਤੋਪ ਹੈ, ਮੈਂ ਇਹਨਾਂ ਨਾਲ ਹਮਲਾ ਕਰ ਰਿਹਾ, ਪਰ ਇਹ ਚੀਜ਼ਾਂ ਮੇਰੇ ਹੱਥ ਵਿੱਚ ਹੀ ਨੇ। ਅਸਤਰ ਉਹ ਚੀਜ਼ਾਂ ਹੁੰਦੀਆਂ ਜਿਹੜੀ ਮੈਂ ਹਮਲਾ ਤੇ ਕਰਾਂ ਪਰ ਮੇਰੇ ਹੱਥੋਂ ਛੁੱਟ ਕੇ ਸਾਹਮਣੇ ਵਾਲੇ ਨੂੰ ਵਾਰ ਕਰੇ। ਜਿਵੇਂ ਚੱਕਰ ਹੈ, ਤੀਰ ਹੈ, ਨੇਜਾ ਹੈ, ਭਾਲਾ ਹੈ, ਸੁੱਟ ਕੇ ਵਾਰ ਕੀਤੇ ਜਾਂਦੇ ਨੇ। ਹਰਨਾਖਸ਼ ਨੇ ਵਰਦਾਨ ਲੈ ਲਿਆ ਸੀ ਕਿ ਮੈਨੂੰ ਕੋਈ ਨਾ ਮਾਰ ਸਕੇ। ਹੁਣ ਜਿੱਥੇ ਮੈਂ ਸਮਝਦਾ ਇਨਸਾਨ ਦੀ ਚਲਾਕੀਆਂ ਖਤਮ ਹੁੰਦੀਆਂ, ਉੱਥੇ ਰੱਬ ਦੀ ਸਿਆਣਪ ਸ਼ੁਰੂ ਹੁੰਦੀ ਹੈ, ਕਿਉਂਕਿ ਚਤੁਰਾਈਆਂ ਸਿਆਣਪਾਂ ਕਿਤੇ ਕੰਮ ਨਾ ਆਈ। ਹੁਣ ਜਦੋਂ ਹਰਨਾਖਸ਼ ਨੂੰ ਇਹ ਵਰਦਾਨ ਮਿਲ ਗਿਆ, ਉਹ ਤੇ ਆਪਣੇ ਆਪ ਨੂੰ ਹੀ ਰੱਬ ਬਣ ਬੈਠਾ ਕਿ ਮੈਂ ਤੇ ਅਮਰ ਹੋ ਗਿਆ, ਹੁਣ ਮੈਨੂੰ ਕੌਣ ਮਾਰ ਸਕਦਾ ਹੈ। ਸੋ ਹਰਨਾਖਸ਼ ਨੇ ਆਪਣੇ ਪੂਰੇ ਰਾਜ ਵਿੱਚ ਇਹ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਰੱਬ ਦੀ ਪੂਜਾ ਕੋਈ ਨਹੀਂ ਕਰੇਗਾ। ਸਾਰੇ ਇਹ ਕਹਿਣਗੇ ਕਿ ਜਲੇ ਹਰਨਾਖਸ਼ ਥਲੇ ਹਰਨਾਖਸ਼। ਸਾਰਿਆਂ ਨੇ ਪੂਜਾ ਆਰੰਭ ਦਿੱਤੀ, ਜਲੇ ਹਰਨਾਖਸ਼ ਥਲੇ ਹਰਨਾਖਸ਼। ਹਰਨਾਖਸ਼ ਹੀ ਸਾਰਾ ਕੁਝ ਹੈ ਸਾਡੇ ਲਈ। ਦੀਨ ਦੁਨੀ ਦਾ ਮਾਲਕ ਹਰਨਾਖਸ਼ ਹੋ ਨਿਬੜਿਆ, ਪਰ ਬਗਾਵਤ ਉਸਦੇ ਘਰ ਤੋਂ ਹੀ ਸ਼ੁਰੂ ਹੋ ਗਈ। ਉਸਦੇ ਆਪਣੇ ਬੇਟੇ ਨੇ ਬਗਾਵਤ ਸ਼ੁਰੂ ਕੀਤੀ ਤੇ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ, ਜਲੇ ਹਰੀ ਥਲੇ ਹਰੀ। ਨਹੀਂ ਹੈ ਹਰਨਾਖਸ਼ ਜਲ ਵਿੱਚ, ਨਹੀਂ ਹੈ ਹਰਨਾਖਸ਼ ਥਲ ਵਿੱਚ, ਨਹੀਂ ਮੰਨਦਾ। ਭਾਵੇਂ ਮੇਰਾ ਆਪਣਾ ਬਾਪ ਹੈ, ਪਰ ਮੈਂ ਨਹੀਂ ਮੰਨਦਾ ਕਿ ਉਹ ਜਲ ਔਰ ਥਲ ਦਾ ਮਾਲਿਕ ਹੋਵੇਗਾ। ਉਹ ਕਹਿੰਦਾ ਸੀ ਬੋਲਣਾ ਜਲੇ ਹਰਨਾਖਸ਼ ਥਲੇ ਹਰਨਾਖਸ਼। ਪ੍ਰਹਿਲਾਦ ਨੇ ਕਹਿਣਾ ਸ਼ੁਰੂ ਕਰ ਦਿੱਤਾ, ਜਲੇ ਹਰੀ ਥਲੇ ਹਰੀ। ਔਰ ਕੇਵਲ ਆਪ ਹੀ ਕਹਿਣਾ ਨਹੀਂ ਸ਼ੁਰੂ ਕੀਤਾ, ਆਪਣੇ ਮਿੱਤਰਾਂ ਨੂੰ, ਦੋਸਤਾਂ ਯਾਰਾਂ ਨੂੰ, ਰਿਸ਼ਤੇਦਾਰਾਂ ਨੂੰ, ਜਿੱਥੇ ਰਾਹ ਚੱਲਦੇ ਕਿਸੇ ਨੂੰ ਮਿਲਦਾ ਉਹ ਕਹਿੰਦਾ ਮੇਰਾ ਬਾਪ ਝੂਠਾ ਹੈ, ਰੱਬ ਦਾ ਸ਼ਰੀਕ ਕੋਈ ਨਹੀਂ ਬਣ ਸਕਦਾ। ਸਾਰੇ ਕੋ ਜਲੇ ਹਰੀ ਥਲੇ ਹਰੀ। ਪ੍ਰਹਿਲਾਦ ਨੂੰ ਸਕੂਲੇ ਪਾਇਆ ਗਿਆ। ਹਰਨਾਖਸ਼ ਬੜਾ ਤੰਗ ਆ ਗਿਆ ਤੇ ਸਕੂਲ ਦੇ ਦੋ ਅਧਿਆਪਕ ਸਨ, ਸੰਡਾ ਔਰ ਅਮਰਕ। ਭੈਰੋ ਮਹਿਲਾ ਤੀਜਾ ਵਿੱਚ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ, ਕਦੀ ਪੜ੍ਹ ਲੈਣਾ। ਮੇਰੀ ਪੱਟੀਆ ਲਿਖੋ ਹਰ ਗੋਵਿੰਦ ਗੋਪਾਲਾ, ਦੂਜੇ ਭਾਏ ਫਾਥੇ ਜਮਜਾਲਾ। ਉਹਨਾਂ ਨੇ ਪੱਟੀ ਤੇ ਪ੍ਰਹਿਲਾਦ ਦੀ ਲਿਖ ਦਿੱਤਾ, ਜਲੇ ਹਰਨਾਖਸ਼ ਥਲੇ ਹਰਨਾਖਸ਼। ਵਿਦਵਾਨ, ਜਦੋਂ ਇੱਕ ਵਿਦਵਾਨ ਜਾਂ ਬਹੁਤਾ ਅਕਲਮੰਦ ਕੋਈ ਗੁਨਾਹ ਕਰਨਾ ਸ਼ੁਰੂ ਹੋ ਜਾਏ, ਗੁਨਾਹ ਕਰਨਾ ਸ਼ੁਰੂ ਕਰ ਦੇਵੇ, ਉਸ ਤੋਂ ਹਾਨੀਕਾਰਕ ਸਮਾਜ ਨੂੰ ਕੁਛ ਵੀ ਨਹੀਂ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸਨ ਕਿ ਇੱਕ ਅਨਪੜ੍ਹ ਚੋਰੀ ਕਰੇਗਾ, ਡਾਕਾ ਪਾਏਗਾ ਤੇ ਵੱਧ ਤੋਂ ਵੱਧ ਵੀ ਕੀ ਲੁੱਟ ਲਏਗਾ? ਕਿਸੇ ਦਾ ਥੋੜ੍ਹਾ ਬਹੁਤਾ ਧਨ ਲੁੱਟ ਲਏਗਾ, ਕਿਸੇ ਦਾ ਬਟਵਾ ਲੁੱਟ ਲਏਗਾ, ਕਿਸੇ ਦੀ ਚੇਨ ਖਿੱਚ ਲਏਗਾ। ਕਹਿੰਦੇ ਨੇ ਪਰ ਇੱਕ ਪੜ੍ਹਾ ਲਿਖਾ ਇੰਜੀਨੀਅਰ, ਕੋਈ PhD, ਕੋਈ ਫਿਲਾਸਫਰ ਅਗਰ ਚੋਰੀ ਕਰੇ ਤੇ ਕੀ ਕਰੇਗਾ? ਸਾਹਮਣੇ ਵਾਲੇ ਦੇਸ਼ ਨੂੰ ਗਰਕ ਕਰ ਦੇਗਾ, ਐਟਮ ਬੰਬ ਬਣਾ ਦੇਗਾ, ਨੇਸਤੋ ਨਾਬੂਦ ਕਰ ਦੇਗਾ, ਹੋ ਸਕਦਾ ਹੈ ਬਾਇਓ ਵਾਰ ਕ੍ਰੀਏਟ ਕਰ ਦੇਗਾ। ਕਰੋਨਾ ਵਾਇਰਸ ਪੜ੍ਹੇ ਲਿਖਿਆਂ ਦੀ ਕਾਢ ਸੀ। ਸੰਡਾ ਔਰ ਅਮਰਕ ਜਿਹੜੇ ਦੋ ਅਧਿਆਪਕ ਸਨ, ਹਰਨਾਖਸ਼ ਨੇ ਦੋਨਾਂ ਨੂੰ ਬੁਲਾਇਆ, ਡਰਾਵਾ ਦਿੱਤਾ, ਜੇ ਤੁਸੀਂ ਇਹ ਪ੍ਰਚਾਰ ਨਾ ਕੀਤਾ ਕਿ ਜਲੇ ਹਰਨਾਖਸ਼ ਥਲੇ ਹਰਨਾਖਸ਼, ਤੁਹਾਨੂੰ ਵੀ ਜਿੰਦਾ ਮਾਰ ਦਿੱਤਾ ਜਾਵੇਗਾ। ਸੰਡੇ ਅਮਰਕੇ ਨੇ ਪੱਟੀ ਤੇ ਲਿਖ ਦਿੱਤਾ, ਬੋਲ ਪ੍ਰਹਿਲਾਦ ਜਲੇ ਹਰਨਾਖਸ਼ ਥਲੇ ਹਰਨਾਖਸ਼। ਪ੍ਰਹਿਲਾਦ ਨੇ ਜੋ ਬੋਲਿਆ, ਗੁਰੂ ਅਮਰਦਾਸ ਜੀ ਨੇ ਕਲਮ ਬੰਦ ਕਰ ਦਿੱਤਾ, ਮੇਰੀ ਪੱਟੀਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਭਾਏ ਫਾਥੇ ਜਮਜਾਲਾ। ਕਹਿੰਦੇ ਮਿਟਾ ਦੇ ਜਲੇ ਹਰਨਾਖਸ਼ ਥਲੇ ਹਰਨਾਖਸ਼, ਲਿਖ ਦੇ ਜਲੇ ਹਰੀ ਥਲੇ ਹਰੀ। ਇੱਥੋਂ ਤੱਕ ਕਿ ਪ੍ਰਹਿਲਾਦ ਦੀ ਮਾਂ ਵੀ ਪ੍ਰਹਿਲਾਦ ਦੇ ਖਿਲਾਫ ਸੀ। ਕਹਿਣ ਲੱਗੀ, ਬੇਟਾ, ਇਸੇ ਸ਼ਬਦ ਵਿੱਚ ਅਗਲੀ ਤੁਕਾਂ ਹੈ, ਮਾਤਾ ਉਪਦੇਸ਼ੈ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ, ਜੀਓ ਲੈ ਉਬਾਰੇ। ਹੇ ਮੇਰੇ ਬੱਚੇ, ਜੋ ਪਿਓ ਕਹਿੰਦਾ ਉਸ ਨੂੰ ਮੰਨ ਲੈ ਤੇ ਆਪਣੀ ਜਾਨ ਬਚਾ ਲੈ। ਤੇ ਪ੍ਰਹਿਲਾਦ ਦਾ ਅੱਗੇ ਕੀ ਜਵਾਬ ਹੈ? ਪ੍ਰਹਿਲਾਦ ਕਹੈ, ਸੁਨੋ ਮੇਰੀ ਮਾਏ, ਰਾਮ ਨਾਮ ਨਾ ਛੋਡਾ, ਗੁਰ ਦੀਆ ਬੁਝਾਏ। ਮੇਰੇ ਗੁਰੂ ਨੇ ਮੈਨੂੰ ਅਕਲ ਦਿੱਤੀ ਹੈ ਕਿ ਮੈਂ ਰਾਮ ਦਾ ਨਾਮ ਤੇ ਨਹੀਂ ਛੱਡ ਸਕਦਾ। ਜਦੋਂ ਗੱਲ ਇੱਥੇ ਤੱਕ ਪਹੁੰਚ ਗਈ, ਹਰਨਾਖਸ਼ ਨੂੰ ਸੰਡਾ ਮਰਕਾ ਨੇ ਜਾ ਕੇ ਕਿਹਾ ਕਿ ਇਹ ਆਪ ਤਾਂ ਜਲੇ ਹਰੀ ਥਲੇ ਹਰੀ ਕਹਿੰਦਾ ਹੀ ਹੈ, ਨਾਲ ਦੇ ਬੱਚਿਆਂ ਨੂੰ ਵੀ ਕਹਿ ਰਿਹਾ ਕਿ ਹਰਨਾਖਸ਼ ਨੂੰ ਮੰਨੋ ਹੀ ਕੁਛ ਨਾ, ਉਹ ਤੇ ਝੂਠਾ ਹੈ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ। ਫਿਰ ਹਰਨਾਖਸ਼ ਨੇ ਆਪਣੇ ਬੱਚੇ ਨੂੰ ਮਾਰਨ ਲਈ
ਸਕੀਮਾਂ ਤਿਆਰ ਕਰਨੀ ਸ਼ੁਰੂ ਕੀਤੀਆਂ। ਪਹਾੜ ਤੋਂ ਧੱਕਾ ਮਰਵਾ ਦਿੱਤਾ, ਪ੍ਰਹਿਲਾਦ ਨੂੰ ਕੁਛ ਨਾ ਹੋਇਆ। ਪਾਣੀ ਵਿੱਚ ਡੋਬ ਦਿੱਤਾ, ਪ੍ਰਹਿਲਾਦ ਨੂੰ ਕੁਛ ਨਾ ਹੋਇਆ। ਹੋਲਕਾ ਹਰਨਾਖਸ਼ ਦੀ ਭੈਣ ਸੀ, ਜਿਸ ਨੂੰ ਵਰ ਸੀ ਕਿ ਅੱਗ ਉਸ ਨੂੰ ਸਾੜ ਨਹੀਂ ਸਕਦੀ। ਇਹ ਹੋਲੀ ਦਾ ਮਿਥਿਹਾਸ ਕੀ ਹੈ, ਮੈਂ ਪਹਿਲੇ ਉਹ ਦੱਸਾਂ ਤੇ ਫਿਰ ਹੋਲਾ ਕਿਵੇਂ ਮਨਾਉਣਾ ਅਸੀਂ ਫਿਰ ਉਹ ਸਾਂਝਾ ਕਰਾਂਗੇ। ਹੋਲਕਾ ਨੇ ਕਿਹਾ ਕਿ ਮੈਂ ਗੋਦ ਵਿੱਚ ਇਸ ਨੂੰ ਲੈ ਕੇ ਬੈਠ ਜਾਂਦੀ ਹਾਂ, 7 ਦਿਨਾਂ ਵਿੱਚ ਸਵਾਹ ਹੋ ਜਾਏਗਾ, ਮੈਨੂੰ ਕੁਛ ਨਹੀਂ ਹੋਏਗਾ। 7 ਦਿਨ ਅੱਗ ਬਲਦੀ ਰਹੀ, ਜਿਸ ਵਿੱਚ ਹੋਲਕਾ ਪ੍ਰਹਿਲਾਦ ਨੂੰ ਗੋਦ ਵਿੱਚ ਲੈ ਕੇ ਬੈਠੀ ਰਹੀ। 8ਵੇਂ ਦਿਨ ਹੋਲਕਾ ਤੇ ਸੜ ਗਈ, ਪਰ ਪ੍ਰਹਿਲਾਦ ਨੂੰ ਆਂਚ ਤੱਕ ਨਾ ਆਈ। ਜਿਸ ਦਾ ਸਾਹਿਬ ਡਾਢਾ ਹੋਵੇ, ਤਿਸਨੋਂ ਮਾਰ ਨਾ ਸਕੈ ਕੋਈ। ਹੁਣ ਹਰਨਾਖਸ਼ ਬੜਾ ਤੱਪਿਆ, ਬੜਾ ਬੱਲਿਆ ਕਿ ਭੈਣ ਵੀ ਮੇਰੀ ਮਰ ਗਈ, ਸਾਰੀ ਸਭਾ ਵਿੱਚ ਮੇਰੀ ਥੂ ਥੂ ਵੀ ਹੋ ਗਈ, ਬੜੀ ਬਦਨਾਮੀ ਪੂਰੇ ਮੁਲਤਾਨ ਵਿੱਚ ਮੇਰੇ ਲੜਕੇ ਨੇ ਕਰਾ ਦਿੱਤੀ। ਮਹਿਲ ਵਿੱਚ ਬੈਠੇ ਹਰਨਾਖਸ਼ ਨੇ ਹੁਕਮ ਦਿੱਤਾ ਕਿ ਇੱਕ ਥੰਮ ਤਿਆਰ ਕੀਤਾ ਜਾਏ, ਉਸ ਨੂੰ ਲਾਲ ਤੱਤਾ ਕੀਤਾ ਜਾਏ। ਸਵੇਰ ਦਾ ਥੰਮ ਤਪਾਇਆ ਗਿਆ। ਮਹਿਲ ਦੇ ਅੰਦਰ ਹਰਨਾਖਸ਼ ਬੈਠ ਕੇ ਦੇਖ ਰਿਹਾ ਤੇ ਕਹਿੰਦਾ, ਹੁਣ ਮੇਰੇ ਲੜਕੇ ਨੂੰ ਇਸ ਨਾਲ ਰੱਸੀਆਂ ਨਾਲ ਬੰਨ੍ਹ ਦਿਓ ਕਿ ਮੇਰੇ ਸਾਹਮਣੇ ਹੀ ਮੈਂ ਹੀ ਦੇਖਾਂ ਕਿਵੇਂ ਮਰਦਾ ਹੈ। ਹੁਣ ਲਾਲ ਥੰਮ ਹੋ ਗਿਆ। ਪ੍ਰਹਿਲਾਦ ਨੂੰ ਕਿਹਾ ਗਿਆ ਕਿ ਜਾ ਕੇ ਥੰਮ ਨੂੰ ਜੱਫਾ ਪਾਣਾ ਹੁਣ ਤੂੰ, ਜੇ ਨਹੀਂ ਕਹਿਣੋਂ ਹਟੇਗਾ ਜਲੇ ਹਰੀ ਥਲੇ ਹਰੀ ਤੇ ਮਰਨਾ ਪਏਗਾ। ਤੇ ਖੈਰ ਅਸੀਂ ਸੁਣਿਆ ਪ੍ਰਹਿਲਾਦ ਡੋਲ ਜਾਂਦਾ ਹੈ। ਕੀੜੀ ਬਣ ਕੇ ਜਦੋਂ ਰੱਬ ਥੰਮ ਉੱਪਰ ਚੱਲਦਾ ਹੈ ਤੇ ਪ੍ਰਹਿਲਾਦ ਨੂੰ ਦ੍ਰਿੜਤਾ ਹੁੰਦੀ ਹੈ ਕਿ ਰੱਬ ਤਾਂ ਮੇਰੇ ਨਾਲ ਹੀ ਹੈ। ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਵੈਸੇ ਹੀ ਸਮਝਾਉਂਦੇ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲ। ਪ੍ਰਹਿਲਾਦ ਥੰਮ ਨੂੰ ਜੱਫੀ ਪਾ ਲੈਂਦਾ ਹੈ, ਥੰਮ ਠੰਡਾ ਹੋ ਜਾਂਦਾ ਹੈ। ਇਹ ਦੇਖ ਕੇ ਤਪਿਆ ਹੋਇਆ ਹਰਨਾਖਸ਼ ਆਪਣੀ ਮਿਆਨ ਤੋਂ ਤਲਵਾਰ ਕੱਢ ਕੇ ਹੰਕਾਰ ਵਿੱਚ ਮਹਿਲ ਤੋਂ ਬਾਹਰ ਆਪ ਆ ਰਿਹਾ ਹੁੰਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਹਾਥ ਖੜਗ ਕਰ ਧਾਇਆ ਅਤ ਅਹੰਕਾਰ। ਆਪਣੇ ਹੱਥ ਵਿੱਚ ਖੜਗ ਕੱਢ ਲੈਂਦਾ ਹੈ, ਪੁੱਛਦਾ ਹੈ ਪ੍ਰਹਿਲਾਦ ਨੂੰ, ਹੁਣ ਮੇਰੀ ਤਲਵਾਰ ਤੋਂ ਤੈਨੂੰ ਕੌਣ ਬਚਾਏਗਾ? ਹਰ ਤੇਰਾ ਕਹਾਂ ਤੁਝ ਲਏ ਵਾਰ, ਹੁਣ ਦੱਸ ਕਿੱਥੇ ਹੈ ਤੇਰਾ ਪਰਮਾਤਮਾ, ਮੇਰੀ ਤਲਵਾਰ ਤੋਂ ਤੈਨੂੰ ਬਚਾਉਣ ਵਾਲਾ। ਮੈਂ ਹੈਰਾਨ ਹੁੰਦਾ, ਪੰਜਾਬੀ ਦਾ ਇੱਕ ਮੁਹਾਵਰਾ ਪੜ੍ਹਦੇ ਹੋਏ ਮੈਨੂੰ ਬੜਾ ਆਤਮਾ ਨੂੰ ਝੰਜੋੜ ਮਿਲਦੀ ਹੈ, ਹੰਕਾਰਿਆ ਸੋ ਮਾਰੇ। ਬੜੀ ਹੈਰਾਨੀ ਹੁੰਦੀ ਹੈ ਇਹ ਮੁਹਾਵਰਾ ਪੜ੍ਹਦੇ ਹੋਏ, ਕਿਉਂਕਿ ਸਾਰੀ ਗੁਰਬਾਣੀ ਸਾਨੂੰ ਇਹੀ ਸਮਝਾ ਰਹੀ ਹੈ। 1430 ਅੰਗ ਨੇ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ। ਕੋਈ ਮੈਨੂੰ ਕਹੇ ਕਿ ਸਮਰੀ ਕਰ ਦਿਓ ਜੀ, ਇਸ ਦੀ ਸ਼ਾਰਟ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦਾ ਜਿਸਟ ਕੱਢ ਦਿਓ, ਤੇ ਜਿਸਟ ਕੀ ਕੱਢਾਂਗੇ? ਵਿਦਵਾਨਾਂ ਨੇ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਗਰ ਸਾਰ ਕੱਢਣਾ ਹੋਵੇ ਤੇ ਉਹ ਹੈ ਜਪਜੀ ਸਾਹਿਬ। ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ ਜਪਜੀ ਸਾਹਿਬ। ਤੇ ਜੇ ਮੈਂ ਕਹਾਂ ਜਪਜੀ ਸਾਹਿਬ ਦਾ ਵੀ ਸਾਰ ਕੱਢ ਦਿਓ ਮੈਨੂੰ, ਤੇ ਉਹ ਕਹਿ ਦੇਣਗੇ ਪਹਿਲੀ ਪੌੜੀ ਹੈ। ਹੁਣ ਪਹਿਲੀ ਪੌੜੀ ਦੀ ਆਖਰੀਆਂ ਹੀ ਪੰਕਤੀਆਂ ਪੜ੍ਹ ਲਓ, ਜਿਹੜੀ ਸ਼ੁਰੂ ਹੁੰਦੀ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾ। ਇਸ ਦੀ ਆਖਰੀ ਪੰਕਤੀਆਂ ਪੜ੍ਹੀਏ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਇਹ ਕੂੜ ਕੀ ਹੈ? ਇਹ ਕੂੜ ਝੂਠ ਹੈ, ਹੰਕਾਰ ਹੈ, ਹੋਰ ਕੁਛ ਵੀ ਨਹੀਂ ਹੈ। ਪਾਲ ਦੀਵਾਰ, ਇਹ ਹੰਕਾਰ ਦੀ ਦੀਵਾਰ ਮੇਰੇ ਅੰਦਰੋਂ ਕਿਵੇਂ ਟੁੱਟੇਗੀ ਤੇ ਮੈਂ ਰੱਬ ਨਾਲ ਇੱਕਮਿਕ ਹੋ ਜਾਵਾਂਗਾ? ਤੇ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਹੰਕਾਰ ਦੀ ਦੀਵਾਰ ਤੋੜਨੀ ਸੀ ਤੇ ਰੱਬ ਮਿਲਣਾ ਸੀ। ਹਰਨਾਖਸ਼ ਨੇ ਹੰਕਾਰ ਕਰਕੇ ਤਲਵਾਰ ਕੱਢੀ ਤੇ ਜਿੱਥੇ ਹੀ ਹੰਕਾਰਿਆ ਸੋ ਹੰਕਾਰ ਵਿੱਚ ਪੁੱਛਦਾ ਹਰ ਤੇਰਾ ਕਹਾਂ ਤੁਝ ਲਏ ਉਬਾਰ, ਕਿੱਥੇ ਹੈ ਤੇਰਾ ਹਰੀ? ਗੁਰੂ ਅਮਰਦਾਸ ਜੀ ਲਿਖਦੇ ਨੇ ਉਸਦੇ ਹੰਕਾਰ ਦੇ ਬੋਲ ਬੋਲਣ ਦੀ ਦੇਰ ਸੀ ਕਿ ਉਹ ਥੰਮ ਫਟਿਆ, ਉਸ ਚੋਂ ਪਰਮਾਤਮਾ ਆਪ ਨਿਕਲ ਆਇਆ ਨਰਸਿੰਘ ਰੂਪ ਧਾਰਨ ਕਰਕੇ। ਗੁਰੂ ਗ੍ਰੰਥ ਸਾਹਿਬ ਦੇ ਬੋਲ, ਹਾਥ ਖੜਕ ਕਰ ਧਾਇਆ ਅਤ ਅਹੰਕਾਰ, ਹਰ ਤੇਰਾ ਕਹਾਂ ਤੁਝ ਲਏ ਉਬਾਰ, ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਉਪਾੜ। ਤੇ ਕੀ ਕੀਤਾ? ਹਰਨਾਖਸ਼ ਨੇ ਸਵੇਰ ਦਾ ਥੰਮ ਤਪਾਇਆ ਸੀ, ਸ਼ਾਮ ਪੈ ਗਈ ਸੀ, ਮਹਿਲ ਦੇ ਅੰਦਰੋਂ ਤਲਵਾਰ ਲੈ ਕੇ ਬਾਹਰ ਆ ਰਿਹਾ ਸੀ, ਚੁਗਾਠ ਤੱਕ ਹੀ ਪਹੁੰਚਿਆ ਸੀ। ਪਰਮਾਤਮਾ ਥੰਮ ਫਾੜ ਕੇ ਉਹ ਥੰਮ ਤੋਂ ਬਾਹਰ ਨਿਕਲ ਕੇ ਨਰਸਿੰਘ ਰੂਪ ਲੈ ਕੇ ਅੱਧਾ ਸਰੀਰ ਸ਼ੇਰ ਦਾ ਤੇ ਅੱਧਾ ਇਨਸਾਨ ਦਾ ਹਰਨਾਖਸ਼ ਨੱਖੀ ਵਿਦਾਰਿਆ। ਆਪਣੇ ਨੌਹਾਂ ਨਾਲ ਪਰਮਾਤਮਾ ਨੇ ਹਰਨਾਖਸ਼ ਨੂੰ ਫਾੜ ਕੇ ਰੱਖ ਦਿੱਤਾ। ਲੋਕਾਂ ਨੇ ਪੁੱਛ ਲਿਆ, ਕੀ ਪਰਮਾਤਮਾ ਤੁਹਾਡੇ ਦਿੱਤੇ ਵਰ ਇੱਥੇ ਨਕਾਰੇ ਹੋ ਗਏ? ਤੁਸੀਂ ਹਰਨਾਖਸ਼ ਨੂੰ ਵਰ ਦਿੱਤੇ ਸੀ। ਕਹਿੰਦੇ ਇੱਕ ਵੀ ਵਰ ਨਕਾਰਾ ਨਹੀਂ ਹੋਇਆ।
पर मौत का वसीला मैं बन के फिर भी आ गया। वो किवें? कहंदे थम इसने तपाया सी सवेर दा, हो गई है शाम। वर लिया सी ना मैनू कोई सवेरे मार सके ते ना राती, हुण शाम है, ना सवेर विच आंदी ते ना रात विच। कहंदे ने इसने वर लिया सी कि ना मैनू कोई अंदर मार सके ना बाहर। महल तो बाहर आ रहे सी, मैं चुगाठ ते ही पकड़ लिया। हुण दरवाज़ा दसो, घर दे अंदर है जां घर दे बाहर है? ना घर दे अंदर है ते ना घर दे बाहर है। सो दर केहा सो घर केहा जित बह सरब। दरवाज़ा तो केवल एक वसीला है, घर तो अंदर आने का भी और घर तो बाहर जाने का भी। वाहिगुरू ने कहा मैं इसनों उत्थे ही फड़ लिया। हुण इसने वर लिया सी ना मैनू कोई आकाश ते मार सके ना मैनू धरती ते। देखो मैं इसनों अपनी गोद विच रख के मार रहा, ना इसनों आकाश ते रखा ना धरती ते। वर लिया सी ना मैनू कोई अस्त्र मार सके ना शस्त्र, मैं इसनों नौहां नाल मार रहा। ना इंसान मार सके ना जानवर, मैं नरसिंह रूप लैके मार रहा। जिथे चलाकियां हरनाखश दियां खत्म होंदियां सी वर लैण विच, उत्थे रब दी सियाणप शुरू हुंदी सी। सो हरनाखश दे इस हंकार ने उसनों स्वाह करके रख दिता। संत जना के हर जियो कारज सवारे, प्रहलाद जन के 21 कुल तारे। गुर कै शब्द हो मैं बिख मारे। ते ये हंकार दी दीवार टुटेगी किवें वाहिगुरू जी? गुर कै शब्द हो मैं बिख मारे। चेते रखिए कोई भी पुरब असीं मना रहे हैं, मकसद केवल एक है कि परमात्मा की याद आ जाए। क्योंकि इंसान जन्म मिल गया है, इसका सानू मोटिव एम मकसद केवल इको दिता सी, भाई प्रापत मानुख देहुरिया गोबिंद मिलन की ए तेरी बरिया। कबीर साहब का शब्द, भजो गोबिंद भूल मत जाओ, मानस जन्म का यही ला, यही तेरा अवसर ए तेरी बार, घट भीतर तू देख विचार। ਜਾਂ फिर गुरु ग्रंथ साहब बेअंत शब्द ने, मानस जन्म दुलंभ है होए ना बारै बार, ज्यों बन फल पाके भोए गिरै बौर ना लागे डार। अनमोल मानस जन्म है, तो जिसने वाहिगुरू का नाम ही चेते ना किया, गुरु साहब कहते हैं वो आया ही क्यों धरती ते। जिनी ऐसा हर नाम ना चेते हो, सिकाए जगाए राम राजे। ये मानस जन्म दुलंभ है, नाम बिना बिरथा सब जाए, व्यर्थ जा रहा। समा आया जदों होलका नूं साड़ दिता गया, हरनाकश नूं मार दिता गया, लोकां ने ओही राख चुक के उड़ाई ते खुशी मनाई कि बदी हार गई है ते नेकी जित गई है। ये राख उड़ाण दा त्यौहार होली सी, जिसनों बाद चों रंग उड़ाण दा त्यौहार होली मना दिता। फिर रंगां नूं पानी दी पिचकारियां गुब्बारे लोकां नूं दुखी करन दा त्यौहार होली बना दिता। फिर शराबां पीण, जुए खेडण, लोकां दी इज्जतां ते हथ पाउण दा त्यौहार होली बना दिता। फिर गंदगी दे ढेर विच डुबना, किचड़ गारे विच अपने आप नूं मलिया मेट करन दे त्यौहार नूं होली बना दिता। जदों गुरु गोबिंद सिंह साहब ने सारा कुछ देखा तो कहंदे नहीं, सिख होली नहीं खेडणगे। अवरन की होली मम होला, असी होला खेडांगे। होला का अर्थ है हमला। शस्त्र विद्या के धारनी बनांगे, असी अमृतधारी बनांगे, असी शस्त्र धारण करांगे, असी घुड़सवारी, नेजाबाजी, तीर अंदाजी, गतका ये सिखांगे असी। पर मुआफ़ करना, असी भी अजकल उही कर रहे हैं जो गुरु गोबिंद सिंह साहब ने सानू हटाया सी। रंगां दा, फुल्लां दा, पानी का त्यौहार होली नहीं है। मैं गल इधरों शुरू की सी, कोई चीज़ इंस्ट्रक्शनस होंदियां, इंस्ट्रक्शनस ट्रडिशन बन जाते हैं, ट्रडिशन सुपरस्टिशन बन जाता है। इंस्ट्रक्शन सीगी कि बदी ते नेकी दी जित हुई, राख उड़ाई गई होली दी। पर बहुतात विच इंस्ट्रक्शन फॉलो हो जाए तो उसनूं कहंदे आ कर्म कांड। सारी दुनिया ही उड़ाण लगी। मुल्तान विच होलका मरी, सारी दुनिया ही राख उड़ा रही सी। फिर मैं कहां कर्म कांड विच जदों विवेक निकल जाए, असी रोज़ अरदास विच विवेक मंगते हैं। देख लीए कित्थे मंगते हैं? सिखां नूं सिੱਖੀ दान, केस दान, रहत दान, विवेक दान। गुरु ग्रंथ साहिब विच बहुत बार विवेक मंगया गया है।
हार परयो स्वामी के द्वारे दीजै बुद्ध विवेका। विवेक की है सही और गलत की पछाण एक अकलमंद बुद्धि नूं आ जाए तो इसनूं विवेक कहते हैं। की चीज़ सही है की चीज़ गलत है, जिसनों गुरु साहब कहते हैं दे लम्मी नदर निहाली है, दूर तक देख ऐसा कम मूले ना कीचे जित अंत पछताई है। ये विवेक नाल जदों कर्म कांड विचों विवेक बुद्ध निकल जाएगी, ਉਹੀ कर्म कांड अंधविश्वास बन जाएगा। तो मुआफ़ करना एक बार कोई चीज़ अंधविश्वास बन गई वो जड़ां विच बैठ जाएगी, उसनूं बाहर कढ़ना बड़ा औखा है, या फिर इस तरह भी कह ला नामुमकिन है। कुछ उदाहरण तुहाडे सामने रखा, कोई चीज़ अंधविश्वास किवें बनती है। होली अंधविश्वास किवें बनी, राख तो रंग, रंग तो पानी, पानी तो गुब्बारे तो पिचकारियाँ, किचड़ गारा आंडे बुरा हाल असी देख रहे हैं। दिवाली, दिवाली वो त्यौहार सी अयोध्या तो श्री राम जित के आए सन रावण नूं, फिर बदी ते नेकी दी जित। हदायत सी, इंस्ट्रक्शन सीगियां कि श्री राम आण, खुशी विच घिओ दे दीवे बाले जाण। उन्हां दी आमद विच पुराना जमाना, लाइटां कोई नहीं सीगियां, लैंप्स कोई नहीं सीगे, उन्हां दी आमद विच दीवे जलाए जाण, साडा शहर रोशन होवे, लोकी देखण रोशन शहर लगदा कोई आया है। हुण मैं दसां दीवा केवल मेरे वेड़े नूं चानण करेगा। इंस्ट्रक्शन सीगियां केवल दीवे बालो। हुण असीं देखिए ये इंस्ट्रक्शन ट्रेडिशन किवें बणियां, दीवा केवल मेरे वेड़े नूं बालेगा, केवल रोशनी बहुत थोड़े दायरे ते होएगी। लोगों ने सोचा क्यों ना मोमबत्तियां भी बाल लईए, मोमबत्तियां भी शुरू हो गईयां। फिर मोमबत्तियां केवल मेरे घर दे बाहर तक रोशनी फैलाणगियां। लोगों ने सोचा क्यों ना असी कोई आवाज़ भी कर दईए ताकि नाल वाले पड़ोसियों को भी पता चले असी दिवाली मना रहे हैं। छोटे छोटे पटाखे भी शुरू हो गए। फिर हंकार ते अंदर है ना, केवल मेरे नाल वालियां नूं पता क्यों चले कि मैं दिवाली मना रहा। बड़ी बड़ी हवाइयाँ शुरू हो गई, पूरा शहर देखे मैं दिवाली मना रहा, आकाश तक जान गया, देखणगे लोग इसदे घरों निकल रहे दिवाली मना रहे हैं। ट्रेडिशन बन रहा है, क्यों बहुते लोग करना शुरू कर गए। त्यौहार सी अयोध्या का। फिर मैं अगे भी चला, केवल हवाइयाँ तक मेरा शहर ही देख पाएगा। मोमबत्तियाँ जलाइयाँ कि मेरा नेबरहुड, मेरे आंढ गुआंढ देख सकन मैं दिवाली मना रहा। पटाखे जलाए, एक दो गली के लोग देख सकन मैं दिवाली मना रहा। हवाइयाँ चलाइयाँ, पूरा शहर देख सके मैं दिवाली मना रहा। तो इस तो अगे भी जे मैं कवां, हवाइयाँ तो भी अगे मैं चला गया, मैं खुशी मना रहा, मैं मिसाइलां मारांगा। केवल शहर देखे, पूरा संसार देखे, यूक्रेन और रशिया सारा संसार देख रहा। हुण ट्रेडिशन नूं कर्म कांड बना दिता गया। हुण दिवाली तुसी अपने घरां विच ही देख लो, असी अपने घरां विच ही देख लीए। बच्चों नूं काबू करना औखा हो जाएगा जे कह दो एक बार दिवाली बिना पटाकियां दे मनानी, घर विच कलेश की जड़ बन जाएगी। क्यों? कर्म कांड बन चुका, कर्म कांड जड़ां विच बैठ चुका है। हुण इस दिवाली नूं मुड़ के दीप वाली, दीपां वाली, इधरों दिवाली आया सी, दीप जलाओ। ये दीपां वाली दिवाली मुड़ के लियानी बड़ी औखी है। गुरु साहब बड़े सुचेत सन, उन्होंने पता सी इन्होंने अगे जाके गंद पाना है। उन्होंने उस वक्त कह दिता कि दिवाली असी नहीं मनाएंगे, असी बंदी छोड़ दिवस मना लांगे। असी हवा नूं दूषित नहीं करना। दिवाली विच हवा दूषित हो रही है, होली विच पानी दूषित हो रहा है। जिहड़ा रोज़ जपजी साहब पढ़दा है, मैनू लगता है इस तरह सड़कों ते जाके अपने दाड़े नूं, अपनी पग नूं ते गंदा नहीं करेगा। अज दे दिन पवन गुरु पानी पिता, पानी की तो इज्जत कर जिवें अपने बाप की इज्जत करदा है। अज दे दिन देखो किन्नी इज्जत हो रही है पानी की। गुरबाणी विच बेअंत वाक ने, सब जियो पिंड मुख नक दिया वरतन को पानी। पानी तेनों वरतन नूं दिता सी, व्यर्थ करन नूं नहीं। तो जिहड़ा गुरु ग्रंथ साहिब का शिष्य है, मैनूं नहीं लगता कि वह सड़कों पर रुलेगा अज दे दिन। दिवाली गुरु साहब ने कह दिता पवन गुरु, जितनी की गुरु की इज्जत कर रहे हैं उन्नी पवन की इज्जत कर। पटाके फाड़ फाड़ के सारी हवा नूं दूषित कर छड्डिया असी। फिर असी कह रहे हैं असी सिख हाँ, असी सिख कोई नहीं। इस तरह इंस्ट्रक्शन ट्रेडिशन बनता, और ट्रेडिशन कर्म कांड,
ਕਰਮ ਕਾਂਡ ਜਦੋਂ ਵਿਵੇਕ ਨਿਕਲ ਜਾਏ ਤੇ ਉਹ ਇੱਕ ਅੰਧ ਵਿਸ਼ਵਾਸ ਬਣ ਜਾਂਦਾ ਹੈ। ਅੰਧ ਵਿਸ਼ਵਾਸ ਤੋਂ ਉੱਪਰ ਕੁਝ ਵੀ ਨਹੀਂ। ਹੋਰ ਕੁਝ ਅੰਧ ਵਿਸ਼ਵਾਸ ਤੁਹਾਡੇ ਸਾਹਮਣੇ ਰੱਖ ਦੇਵਾਂ। ਬਿੱਲੀ ਕੱਟ ਗਈ ਜੀ, ਰਸਤਾ ਰੁਕ ਜਾਂਦੇ ਨੇ ਲੋਕੀ। ਮੈਂ ਦੇਖਿਆ ਸਿੱਖ ਪਰਿਵਾਰਾਂ ਦੇ ਲੋਕੀ ਰੁਕ ਜਾਂਦੇ ਨੇ। ਬੜਾ ਹੈਰਾਨ ਹੁੰਦਾ ਮੈਂ। ਅਸੀਂ ਕਾਲਜ ਵਿੱਚ ਸਾਂ, ਸਾਡਾ ਇੱਕ ਚੈਪਟਰ ਸੀ ਸੁਪਰਸਟੀਸ਼ਨ, ਤੇ ਉਸ ਵਿੱਚੋਂ ਸਾਨੂੰ ਇਹ ਪੜ੍ਹਨ ਨੂੰ ਮਿਲਿਆ ਕਿ ਬਿੱਲੀ ਰਸਤਾ ਕੱਟ ਜਾਏ ਤੇ ਰੁਕਣਾ ਕਿਉਂ ਚਾਹੀਦਾ। ਪਤਾ ਕਿਸੇ ਨੂੰ? ਕੋਈ ਪਤਾ ਨਹੀਂ। ਪਤਾ ਕਿਉਂ ਨਹੀਂ ਪਤਾ? ਜੜ੍ਹਾਂ ਵਿੱਚ ਬੈਠ ਚੁੱਕਿਆ ਕਰਮ ਕਾਂਡ। ਬਾਹਰ ਕੱਢਣਾ ਹੀ ਬੜਾ ਔਖਾ ਹੈ। ਬਾਹਰ ਕੱਢਾਂਗੇ ਜਦ ਤੱਕ ਚਾਨਣ ਮੁਨਾਰੇ ਦੀ ਕੋਈ ਟਾਰਚ ਨਹੀਂ ਮਿਲਦੀ, ਉਦੋਂ ਤੱਕ ਬਾਹਰ ਨਹੀਂ ਕੱਢਿਆ ਜਾਏਗਾ। ਤੇ ਚਾਨਣ ਮੁਨਾਰਾ ਸਾਡੇ ਕੋਲ ਕੇਵਲ ਇੱਕ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ। ਬਿੱਲੀ ਰਸਤਾ ਕੱਟ ਜਾਏ, ਇਹ 100 ਸਾਲ ਪਹਿਲੇ ਬਿਮਾਰੀ ਫੈਲੀ ਹੈ ਔਰ ਕੇਵਲ ਇੰਡੀਆ ਵਿੱਚ ਹੀ ਹੈ। ਹੋਰ ਤੁਸੀਂ ਦੇਖੋ ਕਿਸੇ ਸ਼ਹਿਰ ਵਿੱਚ ਨਹੀਂ ਹੈ। ਹੁਣ ਬਿੱਲੀ ਰਸਤਾ ਕੱਟ ਗਈ, ਰੁਕਣਾ ਕਿਉਂ ਹੈ ਕਿਸੇ ਨੂੰ ਨਹੀਂ ਪਤਾ। ਅੱਜ ਇਹ ਪੱਲੇ ਬਣ ਕੇ ਲੈ ਜਾਓ ਗੱਲ, ਤੇ ਆਪਣੇ ਬੱਚਿਆਂ ਤੱਕ ਵੀ ਪਹੁੰਚਾ ਦਿਓ। ਬੇਟੇ ਨਾਮ ਦੇ ਅੱਗੇ ਸਿੰਘ ਲੱਗਿਆ ਹੈ, ਬਿੱਲੀ ਰਸਤਾ ਕੱਟ ਰਹੀ ਹੈ, ਬਿੱਲੀਆਂ ਤੋਂ ਡਰ ਰਹੇ ਨੇ ਸ਼ੇਰ। ਦੱਸੋ, ਹੱਦ ਹੋ ਗਈ। ਨਾਮ ਦੇ ਅੱਗੇ ਲੱਗਿਆ ਸਿੰਘ ਤੇ ਡਰ ਰਹੇ ਆ ਬਿੱਲੀਆਂ ਤੋਂ। ਉਹ ਤਾਂ ਕਹਿੰਦੇ ਸੀ ਕਿ 1.25 ਲੱਖ ਸੇ ਇੱਕ ਲੜਾਊਂ ਤਬੈ ਗੋਬਿੰਦ ਸਿੰਘ, ਨਾਮ ਕਹਾਉਂ। ਇਹ ਤੇ ਬਿੱਲੀਆਂ ਤੋਂ ਹੀ ਡਰੇ ਪਏ ਨੇ। ਵੱਡੀਆਂ ਵੱਡੀਆਂ ਬੱਸਾਂ ਮੈਂ ਰੁਕਦੀਆਂ ਦੇਖੀਆਂ, ਇੱਕ ਬਿੱਲੀ ਰਸਤਾ ਕੱਟ ਗਈ, ਹੱਦ ਹੋ ਗਈ। ਹੁਣ ਉਡੀਕ ਰਹੇ ਨੇ ਕਿਹੜਾ ਪਿੱਛੋਂ ਦੀ ਆਏ, ਜਿਸਨੇ ਨਹੀਂ ਦੇਖਿਆ ਰਸਤਾ ਕੱਟ ਗਈ, ਉਹ ਜਾਏ ਤੇ ਅਸੀਂ ਜਾਈਏ। ਹੁਣ ਇਹ ਬਿਮਾਰੀ ਫੈਲੀ ਸੀ 1920 ਵਿੱਚ। 1920 ਇੰਡੀਆ ਵਿੱਚ ਬਹੁਤ ਵੱਡੀ ਭਿਆਨਕ ਬਿਮਾਰੀ ਫੈਲੀ, ਜਿਸ ਦਾ ਨਾਮ ਸੀ ਪਲੇਗ। ਸਾਰਿਆਂ ਨੇ ਸੁਣਿਆ। 100 ਸਾਲ ਬਾਅਦ ਕਰੋਨਾ ਵਾਇਰਸ ਜਿਸ ਤਰ੍ਹਾਂ ਪੈਂਡੇਮਿਕ ਫੈਲਿਆ, ਇਸ ਤਰ੍ਹਾਂ ਪਲੇਗ ਫੈਲੀ ਸੀ। ਕਰੋੜਾਂ ਬੰਦਾ ਤੇ ਕੇਵਲ ਹਿੰਦੁਸਤਾਨ ਵਿੱਚ ਹੀ ਮਾਰਿਆ ਗਿਆ ਸੀ। ਚਾਈਨਾ ਵਿੱਚ ਵੀ ਸੀ, ਇਟਲੀ ਵਿੱਚ ਵੀ ਸੀ, ਯੂਨਾਨ ਵਿੱਚ ਵੀ ਬਹੁਤ ਫੈਲੀ ਹੈ ਬਿਮਾਰੀ। ਪਲੇਗ ਫੈਲਦੀ ਸੀ ਚੂਹਿਆਂ ਤੋਂ। ਚੂਹੇ ਬਹੁਤ ਬੈਕਟੀਰੀਆ ਫੈਲਾ ਦਿੰਦੇ ਸਨ, ਜਿਸ ਘਰ ਵਿੱਚ ਹੁੰਦੇ ਸਨ ਉਸਨੂੰ ਪਲੇਗ ਹੋ ਜਾਂਦੀ ਸੀ। ਬੜੀ ਜਾਨਲੇਵਾ ਬਿਮਾਰੀ ਸੀ। ਪਲੇਗ ਦਾ ਸ਼ਿਕਾਰ ਜਿਹੜਾ ਕੋਈ ਹੋ ਜਾਏ, ਉਸਦੇ ਨਾਲ ਵਾਲੇ ਨੂੰ ਵੀ ਪਲੇਗ। ਘਰ ਦੇ ਘਰ, ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਉਜੜ ਗਏ ਸਨ। ਲੋਥਾਂ ਇੰਨੀਆਂ ਹੋ ਗਈਆਂ ਸਨ, ਸਾਹਮਣੀਆਂ ਔਖੀਆਂ। ਕਰੋਨਾ ਵਿੱਚ ਅਸੀਂ ਅੱਖੀ ਦੇਖ ਆਏ ਹਾਂ। ਹੁਣ ਤੁਸੀਂ, ਮੈਨੂੰ ਲੱਗਦਾ ਥੋੜ੍ਹੀ ਤੇ ਸਮਝ ਲੱਗ ਗਈ ਹੋਵੇ ਕਿ ਬਿੱਲੀ ਤੋਂ ਦੂਰ ਕਿਉਂ ਰਹਿਣਾ। ਚੂਹੇ ਤੋਂ ਬਿਮਾਰੀ ਫੈਲਦੀ ਸੀ ਤੇ ਬਿੱਲੀ ਸੀ ਚੂਹੇ ਦੀ ਦੁਸ਼ਮਣ। ਹੁਣ ਬਿੱਲੀ ਸੀ ਸ਼ਿਕਾਰੀ ਚੂਹਿਆਂ ਦੀ, ਜਿੱਥੇ ਦੇਖਦੀ ਸੀ ਚੂਹਾ ਖਾ ਜਾਂਦੀ ਸੀ। ਹੁਣ ਚੂਹੇ ਨੂੰ ਜੇ ਪਲੇਗ ਹੋਈ ਪਈ ਹੈ, ਬਿੱਲੀ ਖਾਏਗੀ ਤੇ ਉਸਨੂੰ ਵੀ ਹੋ ਜਾਵੇਗੀ। ਚੂਹਿਆਂ ਤੋਂ ਤੇ ਅਸੀਂ ਨਹੀਂ ਬਚ ਸਕਦੇ, ਪਰ ਬਿੱਲੀ ਤੋਂ ਤੇ ਬਚ ਸਕਦੇ ਹਾਂ। ਬਿੱਲੀ ਸਾਨੂੰ ਦਿਖਦੀ ਹੈ, ਚੂਹੇ ਖੁੱਡ ਵਿੱਚ ਰਹਿੰਦੇ ਨੇ, ਬਿੱਲੀ ਤੇ ਆਮ ਘੁੰਮਦੀ ਹੈ। ਲੋਕਾਂ ਨੇ ਮਨ ਵਿੱਚ ਧਾਰਨਾ ਬਣਾ ਲਈ, ਜਿੱਥੇ ਬਿੱਲੀ ਹੋਵੇ, ਹੋ ਸਕਦਾ ਉਸਨੇ ਪਲੇਗ ਵਾਲਾ ਚੂਹਾ ਖਾਧਾ ਹੋਏ, ਉਸ ਤੋਂ 10 ਫੁੱਟ ਦੀ ਦੂਰੀ ਤੇ ਰਹੋ। ਜਦੋਂ ਬਿੱਲੀ ਜਾਏ ਥੋੜ੍ਹੀ ਦੇਰ ਬਾਅਦ ਉਧਰੋਂ ਨਿਕਲੋ, ਤਾਂ ਕਿ ਪਲੇਗ ਦੀ ਬਿਮਾਰੀ ਦੇ ਬੈਕਟੀਰੀਆ ਉਧਰੋਂ ਹਟ ਜਾਣ। ਕਰਮ ਕਾਂਡ ਬਣਾ ਲਿਆ। ਅੱਜ ਹੈ ਪਲੇਗ, 100 ਸਾਲ ਬੀਤ ਗਏ ਇਸ ਚੀਜ਼ ਨੂੰ, ਪਰ ਬਿੱਲੀ ਰਸਤਾ ਕੱਢ ਜੇ ਰੁਕ, ਅਸੀਂ ਹੁਣੇ ਵੀ ਰਹੇ ਹਾਂ। ਨਾਮ ਦੇ ਅੱਗੇ ਸਿੰਘ ਲੱਗਿਆ। ਫਿਰ ਮੈਂ ਕਹਾਂ, ਇਹ ਮੈਂ ਦੱਸ ਰਿਹਾ ਇੰਸਟਰਕਸ਼ਨ ਸੀਗੀ ਕਿ ਬਿੱਲੀ ਨੇ ਚੂਹਾ ਖਾਧਾ ਹੋਵੇਗਾ, ਪਲੇਗ ਹੋਈ ਹੋਵੇਗੀ। ਬਹੁਤਾਤ ਲੋਕ ਫੋਲੋ ਕਰਨ ਲੱਗੇ। ਇੰਸਟਰਕਸ਼ਨ ਕੀ ਬਣ ਗਿਆ? ਟ੍ਰੈਡੀਸ਼ਨ। ਹੁਣ ਉਸ ਟ੍ਰੈਡੀਸ਼ਨ ਵਿੱਚੋਂ ਅਸੀਂ ਕੀ ਬਾਹਰ ਕੱਢ ਦਿੱਤੀ? ਅਕਲ, ਵਿਵੇਕ ਬਾਹਰ ਕੱਢ ਦਿੱਤੀ। ਹੁਣ ਉਹ ਟ੍ਰੈਡੀਸ਼ਨ ਹੀ ਅੰਧ ਵਿਸ਼ਵਾਸ ਬਣ ਗਿਆ। ਹੁਣ ਇਸ ਅੰਧ ਵਿਸ਼ਵਾਸ ਨੂੰ ਜਦੋਂ ਤੱਕ ਅਸੀਂ ਇਸ ਦੇ ਕੋਰ ਤੱਕ ਨਹੀਂ ਦੇਖਾਂਗੇ, ਇਸ ਦੇ ਸ਼ੁਰੂਆਤ ਮੁੱਢ ਤੱਕ ਨਹੀਂ ਦੇਖਾਂਗੇ, ਉਦੋਂ ਨਹੀਂ ਪਤਾ ਚੱਲੇਗਾ ਕਿ ਇਹ ਕੱਢਣਾ ਕਿਵੇਂ ਹੈ। ਹੋਰ ਕੁਝ ਰੱਖ ਦੇਵਾਂ ਤੁਹਾਡੇ ਸਾਹਮਣੇ 5-7 ਮਿੰਟਾਂ ਵਿੱਚ, ਕਿਵੇਂ ਅੰਧ ਵਿਸ਼ਵਾਸ ਬਣਦਾ। ਮਹਿੰਦੀ ਦੀ ਰਸਮਾਂ, ਸਿਹਰੇ ਦੀ ਰਸਮ। ਤੁਸੀਂ ਕੋਈ ਵਿਆਹ ਅੱਜ ਕਰਕੇ ਦਿਖਾ ਦਿਓ ਬਿਨਾਂ ਸਿਹਰਾਬੰਦੀ ਦੀ ਰਸਮਾਂ ਦੇ, ਬਿਨਾਂ ਮਹਿੰਦੀ ਦੀ ਰਸਮਾਂ ਦੇ, ਪੁਆੜਾ ਪੈ ਜਾਣਾ ਉਸੇ ਘਰ। ਤੁਸੀਂ ਜਾ ਕੇ ਕਹੋ ਤਾਂ ਸਹੀ, ਪਹਿਲੇ ਤੁਹਾਡਾ ਹੀ ਸਿਰ ਫਾੜਨ ਨੂੰ ਦੌੜਨਗੇ। ਮੈਂ ਦੇਖਿਆ ਕਾਰਡ ਦੇ ਉੱਪਰ ਲਿਖਿਆ ਰਹਿੰਦਾ ਹੈ ਮਹਿੰਦੀ ਦੀ ਰਾਤ, ਸਿਹਰਾਬੰਦੀ ਦੀ ਰਸਮ ਲਿਖਿਆ ਹੋਇਆ ਹੈ। ਹੁਣ ਇਹ ਸ਼ੁਰੂ ਕਿਉਂ ਹੋਇਆ ਸੀ? ਅਸੀਂ ਸੋਚਿਆ ਕਦੀ ਇੰਸਟਰਕਸ਼ਨਸ ਕੀ ਹੋਈਆਂ ਹੋਣਗੀਆਂ ਇਸ ਦੀਆਂ? ਕੋਈ ਪਤਾ ਨਹੀਂ। ਇਹ ਤਾਂ ਮੈਂ ਕੁਝ ਕੁ ਤੁਹਾਡੇ ਭੇਂਟ ਕਰ ਰਿਹਾ। ਹੁਣ ਤੁਸੀਂ ਜਿੰਨੇ ਵੀ ਕਰਮ ਕਾਂਡ ਕਰੋਗੇ ਨਾ, ਨੰਗੇ ਪੈਰ ਗੁਰਦੁਆਰੇ ਆਉਣਾ ਵੀ ਕਰਮ ਕਾਂਡ ਹੈ, ਸ਼ਨੀਵਾਰ ਨੂੰ ਛੋਲਿਆਂ ਦਾ ਪ੍ਰਸ਼ਾਦ ਚੜਾਉਣਾ ਵੀ ਕਰਮ ਕਾਂਡ ਹੈ, ਗੁਰੂ ਸਾਹਿਬ ਨੂੰ ਕੇਵਲ ਰੁਮਾਲੇ ਹੀ ਚੜਾਈ ਜਾਣਾ ਕਰਮ ਕਾਂਡ ਹੈ, ਪਾਠ ਨੂੰ ਕੇਵਲ ਰਟੀ ਜਾਣਾ ਕਰਮ ਕਾਂਡ ਹੈ, ਕਿਉਂਕਿ ਵਿਵੇਕ ਨਿਕਲ ਚੁੱਕੀ ਹੈ ਵਿੱਚੋਂ। ਹੁਣ ਇਹ ਕਿਵੇਂ ਸ਼ੁਰੂ ਹੋਏ ਹੋਣਗੇ ਤੁਸੀਂ ਦੇਖਣਾ ਹੈ। ਮੂਰਤੀ ਪੂਜਾ, ਅੱਗ ਦੀ ਪੂਜਾ, ਜਾਨਵਰਾਂ ਦੀ ਪੂਜਾ, ਬਨਸਪਤੀ ਦੀ ਪੂਜਾ, ਸਭ ਕਰਮ ਕਾਂਡ ਹੈ। ਪਰ ਸ਼ੁਰੂ ਕਿਵੇਂ ਹੋਏ ਹੋਣਗੇ? ਬੜੀ ਪਵਿੱਤਰ ਸੋਚ ਨਾਲ ਹਰ ਕੁਝ ਸ਼ੁਰੂ ਹੋਇਆ ਸੀ, ਬੜੀ ਪਵਿੱਤਰ ਸੋਚ ਨਾਲ, ਪਰ ਬਣ ਕੇ ਰਹਿ ਗਿਆ ਕੇਵਲ ਅੰਧ ਵਿਸ਼ਵਾਸ। ਮੂਰਤੀ ਪੂਜਾ ਹਿੰਦੂਆਂ ਵਿੱਚ ਹੈ ਹੀ ਨਹੀਂ। ਜੇ ਮੈਂ ਕਹਿ ਦੇਵਾਂ ਤਾਂ ਹੁਣੇ ਹੀ ਕਾਫੀ ਬਾਗੀ ਹੋ ਜਾਣਗੇ ਮੇਰੇ ਤੋਂ। ਮੂਰਤੀ ਪੂਜਾ ਹਿੰਦੂ ਧਰਮ ਵਿੱਚ ਹੈ ਹੀ ਨਹੀਂ ਸੀ, ਇਹ ਬੁੱਧ ਧਰਮ ਦੀ ਪੂਜਾ ਸੀ। ਬੋਧੀ ਇੰਨੇ ਵਧ ਗਏ ਸੀ ਹਿੰਦੁਸਤਾਨ ਵਿੱਚ
कि वो हिंदुआ ने भी अडॉप्ट करनी शुरू कर दी थी। तो अज हिंदू सोचते हैं कि असी मूर्ति पूजक हाँ। किसी भी हिंदुआ के धार्मिक ग्रंथ में मूर्तियों को कोई अहमियत ही नहीं दी गई। हैरानी की गल, पढ़ लो 4 वेद 6 शास्त्र उपनिषद पढ़ लो, स्मृतियाँ पढ़ लो, किसी विच कोई मूर्ति पूजा की आराधना नहीं है। इस आवाज़ को बुलंद किया शंकराचार्य ने बाद चों। हिंदू धर्म के बहुत वड्डे ज्ञाता होए सन, उन्होंने दसिया मूर्ति पूजा को बाहर कड्डो। आर्या समाजी आए, उन्होंने बाहर कढ़िया, पर जड़ां विच जदों कर्मकांड बैठ जाए उसनूं बाहर तुसीं नहीं कढ़ सकते। वर्त कितना वड्डा कर्मकांड है। जमाना पुराना सी, लोग सोचते सन रोटी घट है, एक दिन असीं नहीं खाते, थोड़ी बच जाएगी। की बना दिता सी करवा चौथ, जे अज मैं नहीं खावांगी तां ही पति की वड्डी उम्र होएगी। तो वो तो मैनूं लगता जान के खांदा होएगा कि इसकी छोटी उम्र होवे, ये तो मेरे मगरों लथे कोई। तो या तो उम्र वड्डी हुंदी भी होवे, इस तरह हुंदा भी होवे तां ते कर भी लईए। कबीर साहब किन्नी वड्डी ताड़ना करदे न, छोड़ें अन्न करें पखंड, ना सुहागन ना औरन। ਵਿਆਹਾਂ ਤੇ ਪੁਰਾਣਾ ਜ਼ਮਾਨਾ ਸੀ, ਹਲ ਵਾਂਦੇ ਸੀ ਲੋਕੀ, बड़े कीर्ति ਸੀਗੇ, हथ पाट जाते सी, बुरा हाल सी, स्क्रैचेस, बड़ा गरीब गुरबे लोग सन। हुण ਵਿਆਹਾਂ ਤੇ जाना सी, कोई मेकअप का साजो समान तो नहीं सी, पुराना जमाना सी। तो लोगों ने सोचा कि ये फटे हथ दियाँ लकीरां किवें छुपाइए, कोई रंग मल लेंदे सन, कोई जड़ी बूटी का रंग मल लेंदे सन कि थोड़ी लकीरां छुप जाण। तो हुण किहड़ी रस्म बन गई जी, ये मेहंदी की रस्म। हुण इस तो बिना तुसीं विआह करके दिखा दो, अज हो ही नहीं सकता। सिखां विच रस्मां, सहरा सहरे की रस्म। जमाना पुराना सी, शर्म हया बड़ी सी, लोकां विच प्यार इतफाक बड़ा सी। माँ प्यो जां बजुर्ग ही रिश्ते तय कर आंदे सन। हुण कुड़ी ने मुंडे नूं, मुंडे ने कुड़ी नूं नहीं देखिया हुंदा सी, विआह तक भी वो एक दूसरे नूं नहीं सन देखते। मुंडे का मूँह छुपा दिता जांदा सी सहरे नाल, ते कुड़ी दा घुंड नाल। रस्मां ही बन गईयां। तुसीं कढ के दिखा दो, जड़ां विच बैठ चुकिया, जड़ां विच नहीं कट सकते। राजस्थान कुछ मारवाड़ी जोड़े लोग ने पैरों में बिछुए पाते हैं, पता होएगा बीबियां नूं। पंजेबां झांजरा उन्हां दी रस्म है, पता है क्यों आई सी? हैरान हो जाओगे जान के। नक्कां दियां नत्थां, कन्नां दे कांटे ते पैरां दियां पंजेबां, ये 700 साल जदों हिंदुस्तान गुलाम रहा उदों आईयां सी। असी फैशन बना लिया। अमृत छकन जेड़ी बीबी जाती है, जेड़ा बीबा जाता है, जेड़ा बच्चा जेड़ी बच्ची जाती है, 5 प्यारे हदायत करते हैं कोई भी गहना पाना मना नहीं, पर गहना छेदक ना होवे, यानी शरीर में छेद करके गहना ना पाया जाए। हुण छेद करके तो असीं कन्नां विच भी कर रहे हैं, नक विच भी कर रहे हैं। अजकल तो ट्रेंड ही बड़ा, शरीर के होर बड़ी थावां छेद ही होए जा रहे। जदों अबदाली या इस तो पहले दे जितने मुगल काल के राजे होए, हुक्मरान होए, जदों हिंदुस्तान दीयां औरतां नूं अगवा करके गजनी के बाज़ारां में टके टके ते वेचदे सन, उन्हां दी नक्कां विच नत्थ, कन्नां विच कांटे ते रस्सियां बन दिंदे सन। क्यों? पता चले कि कोई गुलाम आ रहा है। जिवें गां नूं, झोटे नूं नक विच नत्थ पाई जाती है, घोड़े नूं, जानवरां नूं नत्थां पाईयां जांदियां, इस तरह औरतां नूं नत्थां पाईयां जांदियां सन कि लोकां नूं पता जिवें जानवर गुलाम ने, इवें औरतां भी साडी गुलाम ने। असीं फैशन बना लिया। अज कोई सानूं गुलाम नहीं बना रहा, कोई अबदाली साडे ते चढ़ के नहीं आ रहा, पर असीं बड़े खुश हाँ, असीं गुरु साहब आप ही गुलाम बनण नूं तैयार हाँ। फिर झांजरां भी पवा दित्तियां गईयां। जेड़ी कुड़ी, जेड़ी औरत कदी छुप के दौड़न की कोशिश करे, इस आवाज़ नाल पकड़ी जाए। असीं ट्रेंड बना दिता। भाई नूं जाके ज्वैलर की शॉप पर कहते हैं भैया घुंघरू ज़्यादा लाई, आवाज़ आनी चाहिए। आवाज़ आवे से ही लोगों को पता चले कि मैं गुलाम हाँ। हुण ये इंस्ट्रक्शन सीगी वो जालम राजियां दी कि इन्हां गुलाम बनाया जाए। ये इंस्ट्रक्शन बहुतात विच फॉलो होकर जदों अकल बाहर निकल गई, अकलों हीणियां मोस्टली जिहड़ी अजकल तो सारे मुंडे भी करते हैं काफ़ी सारे, पर भैणां बहुत ज़्यादा करदियां हैं छेदक पदार्थ पंजेबां। जदों अकलों हीणी हो गईयां तो गुलामी नूं आपे ही अपना लिया। ये तो मैं कुछ कु रखियां, फिर मैं दसां कुछ कु गुलामियां तुहाडे सामने रखियां किवें अंधविश्वास बनियां। हुण असीं आपे वाचना है जिहड़ा कुछ असीं कर रहे हैं, अगर उस विच अकल का उपयोग नहीं है, वो नीरा अंधविश्वास, कोरा अंधविश्वास है, मैनूं गुरु के नेड़े नहीं जाण देगा। अकली साहिब सेवी है,
अकली पाइए मान, अकली पढ़ के बुझिए, अकली कीचै दान। गुरु साहब कहते हैं पहले अकल नूं रख फिर कोई काम कर, विवेक नूं रख फिर कोई काम कर। पाठ भी ना करी जा एवें ही, पाठ पढ़ियो और वेद विचारियो, निवल भुयंगम साधे, पंच जनास्यों संग ना छुटक्यो, अधिक अहंगवद बादे प्यारे, इन विद मिलन ना जाई, मैं किए कर्म अनेका, हार परियो स्वामी के द्वारे, दीजै बुद्ध विवेका। अज दे इस त्यौहार नूं मनाउण दा मुੱਢ मैं यही घरों बन के आया सी कि किवें इस नूं आप सामने खोल सकांगा, तो मैनूं लगदा जरूर कुछ ना कुछ गल ते पकड़ विच आई होवेगी। कोई गल कितों शुरू हुंदी है बड़ी पवित्र सोच नाल, पर खत्म जदों हो जाती है तो गंदली हो जाती है, छिछली हो जाती है, मैली हो जाती है। उसनूं दोबारा उजला करन लई साबण दी लोड़ नहीं है, उसनूं दोबारा उजला करन लई अकल दी लोड़ है। भरिए मत पापां के संग ओ धोपै नावें के रंग। हथ पैर गंदे हुण साबण नाल धोते जा सकते हैं, भरिए हथ पैर तन दे पानी धोता है, उतरस के मिट्टी उतर जाएगी पानी नाल। कपड़े गंदे हो जान, मूत पलीती कपड़ होए दे साबुन लईया धोए, पर अकल ही मैली हो जाए फिर तो वाहिगुरू दे नाम नाल ही केवल दूर हो सकती है। मैं गुरुद्वारे साहब ने अंदर आ रहा सी, भाई साहब होरां ने बाहर मैंने दस्सिया कि तुसीं ना कथा विच दस दिओ, असीं कथा तो बाद आरती करनी है तो गुरु साहब उपर फुल्लां दी वर्खा करनी है। हासा आया मैनूं, आरती विच ही पढ़ी जा रहे हैं, गुरु ग्रंथ साहिब विच ही पढ़ी जा रहे हैं, ब्रह्म पाती बिशन डारी, फूल शंकर देओ, तीन देव परतख तोरें करे किसकी से। जींदियां नूं तोड़ के ਉਹ ਮਾਲਿਨ ਸੀ, फुल तोड़ती सी। भगत जी ने देख लिया, कहते की करदी हैं, कहते मंदिर अर्पण करने जी फुल, अज फुल्लां दी होली खेडांगे असी। भगत जी मुस्कुराउंदे ने कहते हद हो गई, किस दी पूजा करन जा रही, कहते विष्णु दी, कहते शिव दी, कहते ब्रह्मा दी। होर जोर दा हसन लगे, कहते ब्रह्म पाती, ये ब्रह्मा जिहड़ा ना पत्ते जिहड़े लगे जिन्होंने तोड़ रही है ब्रह्मा ही है। ब्रह्म पाती बिशन डारी, ये जिहड़ी डाल लगी है जिसनों कट रही है विष्णु ही है। फूल शंकर देव, जिहड़े फुल अर्पण करन जा रही हैं शिव नूं, तो पहले तो मार रही हैं। तीन देव परतख तोड़ें, तिन्नां नूं तोड़ के इन्हां नूं निर्जीव कर रही हैं। करें किसकी सेव, भूली मालनी है। ये याद सारिਆਂ ਨੂੰ है, पर करना असीं हुणे भी ਉਹੀ है। भूली मालनी है, एहो सतगुर जागता है देव, ये तो जींदी जागदी जोत है। श्री गुरु हरगोबिंद साहब, श्री गुरु हर राय साहब बारे इतिहास विच ये वर्णन है। 52 बाग गुरु हर राय साहब ने लगवाए सन, 52 बाग। एक भी सिख नूं हुक्म नहीं सी कि फुल तोड़ के मैनूं अर्पण करे, एक भी सिख नूं। पता है क्यों? उन्हां तो आप एक बार फुल टुट गया सी, इतिहास तो सारे वाकिफ हैं। उदास होकर बैठ गए सन। गुरु हरगोबिंद साहब ने पूछ लिया, पुत्र जी उदास, दातार पातशाह जी चोला बड़ा वड्डा पाया सी, दौड़दा जा रहा सी, फुल टुट गया। कहंदे जदों चोले वड्डे पाए होण ते जिम्मेवारियां भी वड्डी हो जांदियां, दामन संकोच चलो। सारी उम्र अपना कुर्ता पकड़ के चलते रहे गुरु हर राय साहब, कोई फुल ना टुट जाए। गुरु हरगोबिंद साहब नूं फुल अर्पण होए, गुरु हर राय साहब नूं फुल अर्पण होए, पर गमलियां दे रूप विच, बाग दे रूप विच। टुटिया फुल कदी अर्पण नहीं होया। वो कहते ने तो निर्जीव है, लाश अर्पण करने का कोई लाभ नहीं, पर तां भी फुल अर्पण करने एक बड़ी पवित्र सोच सी। फिर मैं कहां ज़्यादा अपने आप नूं रिजिड भी ना करिए, पत्थर दिल भी ना बनाइए। फुल अर्पण करना बड़ी पवित्र सोच सी। फुल विच 3 गुण हुंदे न। गुरु ग्रंथ साहब अगे फुल अर्पण करने यानी वो 3 गुण मेरे विच भी होण। फुल खूबसूरत है, फुल सुगंधीदार है, तो फुल कोमल है। ये 3 गुण मेरे विच भी होण, मैं भी खूबसूरत होवां अपने आचारां करके। लोकन की चतुराई उपमा ते बैसंतर जार, कोई भला कहो भावें बुरा कहो, हम तन दियो है दार। अब हम चली ठाकुर पे,
फुल विच पहला गुण है कि फुल बड़ा खूबसूरत है, मैं भी खूबसूरत होवां, ये अचारा सिखरी बड़े अचारा करके खूबसूरत होवां। फुल का दूसरा गुण है फुल कोमल है, मैं भी कोमल होवां। कठोर दिल जिनके चित कठोर हैं से बह ना सतगुर पास, वो सतगुर ते कोल बैठे भी नहीं बैठे। क्यों? सीस निवाया क्या थी है जा हृदय को सुधे जाए। या फिर सलाम जवाब दोवें करे मुंडो कुत्था जाए, नानक दोवें कूड़ियाँ थाए ना काई पाए। फिर फुल का दूसरा गुण है फुल कोमल है, मैं भी कोमल होवां, कठोर ना होवां। गरीब नूं, निमाणे नूं, निताणे नूं देख के मेरे अंदर तरस पैदा होवे, घिरना पैदा ना होवे। फुल का तीसरा गुण है फुल खुशबूदार है, सुगंधीदार है, पर मेरे अंदरों मेरे विचारां चों जे किसी नूं बदबू आ रही है, जे मेरे विहार चों किसी नूं बदबू आ रही है, जे मेरे कामकार चों किसी नूं बदबू आ रही है, जे मैं रिश्वतखोर हाँ, जे मैं डाके पा रहा हाँ, जे मैं चोरी कर रहा हाँ, पराया हक खा रहा हाँ, पराया तन वेख रहा हाँ, तो मेरे विचारों विचों ना खुशबू आएगी, ना मैं किसी नूं कोमल दिखांगा और ना ही मैं खूबसूरत हो सकांगा। फुल चढ़ाए सन, लॉजिक कुछ होर सी, बन कुछ होर गया, केवल वर्खा तक ही सीमित रह गए हैं। केवल वर्खा करो। फुल्लां दी रंगां दी वर्खा इस करके करनी सी कि मता किते ए गुलाल मेरे ऊपर भी चढ़ जाए। लाल रंग तिस को लगा जिसके वड भागा, मैला कदे ना होवई न लागै। आज हमारा बने फाग, प्रभ संगी मिल खेलन लाग। होली किवें खेलनी है, गुरु ग्रंथ साहब ने यह भी समझा दिता। प्रभु की संगत विच बैठ ते होली खेल। आज हमारा बने फाग, प्रभ संगी मिल खेलन लाग। होली कीनी संत सेव, अपने गुरु दी अपने इष्ट दी सेवा करनी, यही तेरे लिए होली है। रंग लागा अत लाल देव। होली के रंग अज लगणगे लोगों नूं, एक दिन में उतर जाएंगे। कुछ पक्के होणगे, हफ्ता एक लग जाएगा, पर उतर जाएंगे। गुरु साहब कह रहे हैं ऐसा रंग दे रहा ता उम्र नहीं उतरेगा। होली कीनी संत सेव, रंग लागा अत लाल देव। ऐसा लाल रंग होवेगा तेरे मत्थे तो पता चलेगा, लगता है कोई रंगी रूह आ रही है। किसी महापुरुष के दर्शनों से कहते हैं ना कि बड़ी रंगी रूह आ रही है। पता है रंगी रूह क्यों कहते हैं? गुरु ग्रंथ साहब खुलासा कर देंगे हैं, उसके मत्थे तो पता चल रहा उसमें लालियां चढ़ियां। क्यों? गुझड़ा लद्धम लाल मत्थे ही प्रगट थिया। वो लालियां क्यों आई हैं? उस मत्थे ते गुरु नानक साहब आप बैठ गए हैं। गुजड़ा लद्धम लाल मत्थे ही प्रगट थिया, सोई सुहावा थान जिथे प्यारा नानक जी तू उठिया। ऐसी होली मनानी है। पहला होली कैसी मनानी है? होला महला मनाना है, शस्त्रां दे धारनी होना है, अमृत धारनी होना है। होली कैसी मनानी है? घुड़सवारी आनी चाहिए सी पुराने जमाने अज नेजाबाजी, गोला बारूद, तीर अंदाजी, गतका, ये विद्या सानू आनी चाहिए है। सैल्फ डिफेंस जिसमें असीं कहते हैं। अज के दिन में इस तरह समर्पित करो। केवल रंग उड़ा के, पानी की बेअदबी या फिर किसी की इज्जत नाल खेल के, जुए या नशे खेल के होली ना मनाइए। होला महला। दूसरा, होली किवें मना ली है? संतां की सेवा करके, गुरु नूं अपना इष्ट जान के, अपना मुक्तिदाता जान के, इस गल नूं दिल विच दृढ़ कर लेना कि मैं आया क्यों हाँ, गुरुद्वारे आया हाँ, तो जाते वक्त इस तरह ना होवे कि मैं इंसान ही जावां। मैं अक्सर कहता हुंदा, मैं स्कूल विच टीचर हाँ, साइंस पढ़ांदा बच्चों नूं, ते बच्चों नूं मैं पुछ लैंदा बच्चे एम की है, तो कहते सर साइंटिस्ट बनना, रिसर्चर बनना है, इंजीनियर बनना, डॉक्टर बनना, बड़े वड्डे वड्डे एम दसदे। मैं क्या नहीं नहीं, ये तो एम नहीं है। घट्टो घट्ट इंसान का तो ये एम नहीं है। असी बहुत अच्छी नौकरी क्यों लैनी? ताकि बहुत पैसा होवे। बहुत पैसा क्यों रखना? ताकि बहुत वड्डा मकान होवे, गड्डियां कोठियां कारां होण, लाओ लश्कर ऐश होण, मैं बच्चों नूं सैटल कर सकां। मैं कहना बच्चे ये तो जानवर भी कर रहे हैं, घोंसला वो भी बना लेंदे ने, साडे लई कोठियां नाल ही घोंसला। बच्चे असी पाल रहे हैं, वो भी पाल लेंदे ने।
ਸੈਟਲ ਮੈਂ ਕਰ ਰਿਹਾ ਬੱਚਿਆਂ ਨੂੰ, ਤੇ ਉਹ ਵੀ ਉਡਾਣ ਤੇ ਉਹ ਵੀ ਸਿਖਾ ਹੀ ਦਿੰਦੇ ਨੇ ਕਿਵੇਂ ਉੱਡਣਾ ਹੈ, ਕਿਵੇਂ ਤੁਰਨਾ ਹੈ, ਇਹ ਉਹ ਵੀ ਸਿਖਾ ਦਿੰਦੇ ਨੇ। ਪਾਲ ਮੈਂ ਰਿਹਾ 36 ਪ੍ਰਕਾਰ ਦੇ ਭੋਜਨ, ਤੇ ਉਹ ਵੀ ਆਪਣਾ ਦੁੱਧ ਪਿਲਾ ਕੇ ਪਾਲ ਹੀ ਲੈਂਦੇ ਨੇ। ਸੋ ਇਹ ਤੇ ਮਕਸਦ ਨਹੀਂ ਇਨਸਾਨ ਜਨਮ ਦਾ। ਕੀ ਮਕਸਦ ਹੈ ਫਿਰ ਕਹੀਏ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। फिर जब लग जरा रोग नहीं आया, जब लग काल ग्रसी नहीं काया, जब लग बिकल भई नहीं बाणी, भज लै रे मन सारंग बाणी। भज लै, हुणे ही भज लै, यही तेरा अवसर, यही तेरी बार। घट भीतर तू देख विचार, कहो कबीर जीत कै हार, बहु विध कयो पुकार पुकार। बड़ी उच्ची आवाज़ में संतां भगतां ने कह दिता, जप लो। सो इस दिन ਨੂੰ ਅਸੀਂ ਇਸ ਤਰ੍ਹਾਂ ਸਮਰਪਿਤ ਕਰੀਏ, ਆਪਣੇ ਜੀਵਨ ਦੇ ਘੱਟ ਤੋਂ ਘੱਟ 5 ਮਿੰਟ ਦੇ ਗੁਰੂ ਨੂੰ ਦੇ ਹੀ ਦਈਏ ਰੋਜ਼ ਦੇ। ਮੈਂ ਬੱਚਿਆਂ ਨੂੰ ਇਹੀ ਕਹਿੰਦਾ ਹੁੰਦਾ ਕਿ ਬੱਚੇ ਘੱਟ ਤੋਂ ਘੱਟ 5 ਮਿੰਟ ਆਪਣੇ ਜੀਵਨ ਦੇ ਕੱਢੋ ਰੋਜ਼ ਦੇ। 5 ਮਿੰਟ 24 ਘੰਟਿਆਂ 'ਚੋਂ 5 ਮਿੰਟ ਕੱਢਣੇ ਬੜੇ ਸੌਖੇ ਨੇ, ਪਰ ਜਿਸ ਤਰ੍ਹਾਂ ਗੁਰੂ ਕਹਿ ਰਿਹਾ ਉਸ ਤਰ੍ਹਾਂ ਕੱਢਣੇ ਬੜੇ ਔਖੇ ਨੇ। 5 ਮਿੰਟ ਸਿਰਫ ਗੁਰੂ ਦੇ ਹੋਣ। ਫਿਰ ਇਹ ਨਾ ਹੋਵੇ ਗੁਟਕਾ ਖੁੱਲਿਆ ਹੋਵੇ ਤੇ ਨਾਲ ਸੀਰੀਅਲ ਵੀ ਚੱਲ ਰਿਹਾ ਹੋਵੇ, ਇਹ ਨਾ ਹੋਵੇ ਗੁਟਕਾ ਵੀ ਖੁੱਲਿਆ ਤੇ ਨਾਲ ਕੜਛੀ ਵੀ ਚੱਲ ਰਹੀ ਹੋਵੇ, ਇਹ ਨਾ ਹੋਵੇ ਕਿ ਗੁਟਕਾ ਖੁੱਲੇ ਤੇ ਨਾਲ ਬੱਚਿਆਂ ਨੂੰ ਆਵਾਜ਼ਾਂ ਵੀ ਮਾਰੀਆਂ ਜਾ ਰਹੀਆਂ ਹੋਣ, ਜਾਂ ਫਿਰ ਮੋਬਾਈਲ ਵਿੱਚ ਕੁਝ WhatsApp ਵੀ ਚੈੱਕ ਕਰਿਆ ਜਾ ਰਿਹਾ ਹੋਵੇ। ਸਿਰਫ 5 ਮਿੰਟ, ਘੱਟ ਤੋਂ ਘੱਟ 5 ਮਿੰਟ ਗੁਰੂ ਦੇ ਲੇਖੇ ਲਾਈਏ। ਜੇ ਕੋਈ ਬਾਣੀ ਨਹੀਂ ਪੜ੍ਹਨੀ ਆਉਂਦੀ, ਵਾਹਿਗੁਰੂ ਸਿਮਰਨ ਕਰ ਲਈਏ, ਇੱਕ ਤੁਕ ਦੇ ਅਰਥ ਕਰ ਲਈਏ, ਇੱਕ ਸ਼ਬਦ ਦੇ ਅਰਥ ਪੜ੍ਹ ਲਈਏ। ਨਿਤਨੇਮ ਵਿੱਚੋਂ ਕੋਈ ਬਾਣੀ 5 ਮਿੰਟਾਂ ਵਿੱਚ ਜਿਤਨੀ ਹੁੰਦੀ ਆ ਉਤਨੀ ਪੜ੍ਹ ਲਈਏ, ਵਿਚਾਰ ਨਾਲ ਪੜ੍ਹ ਲਈਏ, ਸਮਝ ਕੇ ਪੜ੍ਹ ਲਈਏ, ਬੁੱਧ ਲਗਾ ਕੇ ਪੜ੍ਹ ਲਈਏ, ਤਾਂ ਕੁਝ ਤੇ ਸਫਲਾ ਹੋ ਸਕਦਾ ਹੈ। ਨਹੀਂ ਤੇ ਅੱਜ ਤੱਕ ਦੀ ਉਮਰ ਵਿੱਚ ਅਸੀਂ ਬੜੇ ਗੁਰਪੁਰਬ ਮਨਾ ਲਏ, ਜੇ ਜੀਵਨ ਵਿੱਚ ਕੁਝ ਬਦਲਾਵ ਨਹੀਂ ਆਇਆ ਤੇ ਕੋਈ ਗੁਰਪੁਰਬ ਨਹੀਂ ਮਨਾਏ। ਮੈਂ ਅਕਸਰ ਕਹਿੰਦਾ ਹੁੰਦਾ, ਸੱਜਣ ਠੱਗ ਦੇ ਕੋਲ ਗੁਰੂ ਨਾਨਕ ਸਾਹਿਬ ਕਿਤਨੀ ਦੇਰ ਰੁਕੇ ਹੋਣਗੇ? ਕੋਈ 10 ਸਾਲ, 20 ਸਾਲ, 25 ਸਾਲ? ਇੱਕ ਰਾਤ, ਕੇਵਲ ਇੱਕ ਰਾਤ। ਇੱਕ ਰਾਤ ਦੇ ਇੱਕ ਸ਼ਬਦ ਨੇ ਸੱਜਣ ਨੂੰ, ਉਸ ਠੱਗ ਨੂੰ ਸੱਜਣ ਬਣਾ ਦਿੱਤਾ। ਕੇਵਲ ਇੱਕ ਸ਼ਬਦ, ਉਜਲ ਕਹਿਆ ਚਿਲਕਣਾ ਘੋਟਿਮ ਕਾਲੜੀ ਮਸ, ਇੱਕ ਸ਼ਬਦ ਸੀ। ਵਲੀ ਕੰਧਾਰੀ ਨਾਲ ਗੁਰੂ ਸਾਹਿਬ ਦਾ ਕਿੰਨੇ ਸਾਲਾਂ ਦਾ ਨਾਤਾ ਰਿਹਾ ਹੋਵੇਗਾ? ਕੁਝ ਪਲਾਂ ਦਾ ਨਾਤਾ ਹੈ। ਨੂਰ ਸ਼ਾਹ ਜਾਦੂਗਰਨੀ ਨਾਲ ਕਿਤਨਾ ਇੱਕ ਨਾਤਾ ਹੋਵੇਗਾ? ਫਿਰ ਬਗਦਾਦ ਗਏ ਬਹਿਲੋਲ ਨਾਲ ਕਿਤਨੇ ਇੱਕ ਸਾਲ ਰਹੇ ਹੋਣਗੇ? ਕੇਵਲ ਇੱਕ ਸ਼ਬਦ ਨੇ ਸਾਰਿਆਂ ਨੂੰ ਤਾਰ ਦਿੱਤਾ। 5867 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ, 14 ਸਪਤੀਆਂ ਅੰਗ ਅਸੀਂ ਰੋਜ਼ ਪੜ੍ਹੀ ਜਾ ਰਹੇ ਹਾਂ। ਕਈ ਅਖੰਡ ਪਾਠ ਅਸੀਂ ਆਪਣੇ ਜੀਵਨ ਕਾਲ ਵਿੱਚ ਕਰਾ ਲਏ ਹੋਣਗੇ। ਮੈਨੂੰ ਲੱਗਦਾ ਹੈ ਇੱਕ ਰਾਤ ਉਸ ਨੂੰ ਸੱਜਣ ਬਣਾ ਗਈ। ਕਈ ਰਾਤਾਂ ਗੁਜ਼ਰ ਗਈਆਂ, ਪਰ ਕਿਵੇਂ ਗੁਜ਼ਰੀਆਂ? ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸੁਖਮਨੀ ਸਾਹਿਬ ਦੀ ਜਦੋਂ ਅਸ਼ਟਪਦੀ ਪੜ੍ਹਦਾ, ਚੌਥੀ ਦਿਲ ਵਲੂੰਦਰਿਆ ਜਾਂਦਾ, ਪੜ੍ਹੀ ਨਹੀਂ ਜਾਂਦੀ ਮੇਰੇ ਤੋਂ। ਰਤਨ ਤਿਆਗ ਕੌਡੀ ਸੰਗ ਰਚੈ, ਰਤਨ ਛੋੜ ਦਿੱਤਾ ਹੈ, ਕੌਡੀਆਂ ਪਿੱਛੇ ਰੁਲਦੇ ਫਿਰ ਰਿਹਾ। ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਮਾਇਆ ਛੋੜ ਕੇ ਚਲੀ ਜਾਏਗੀ, ਸੋ ਅਸਥਿਰ ਕਰ ਮਾਨੈ। ਅਸੀਂ ਸੋਚਿਆ ਕਿ ਇਹ ਤਾਂ ਮੇਰੇ ਨਾਲ ਰਹੇਗੀ। ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਮਿਹਨਤ ਕਰਦਾ ਉਸ ਲਈ ਜਿਹੜੀ ਛੋੜ ਜਾਏਗੀ। ਸੰਗ ਸਹਾਈ ਤਿਸ ਪਰ ਹਰੈ, ਪਰੇ ਹਟਦਾ ਉਸ ਤੋਂ। ਕਰਨਾ ਕੀ ਹੈ? ਘੱਟ ਤੋਂ ਘੱਟ ਜੀਵਨ ਦੇ 5 ਮਿੰਟ ਗੁਰੂ ਦੇ ਲੇਖੇ ਲਗਾ ਦਈਏ, ਘੱਟ ਤੋਂ ਘੱਟ। ਕਬੀਰ ਸਾਹਿਬ ਦਾ ਉਹ ਸਲੋਕ ਮੈਂ ਬੱਚਿਆਂ ਨੂੰ ਯਾਦ ਕਰਾ ਦਿੰਦਾ ਹੁੰਦਾ, ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ। ਇੱਕ ਘੜੀ 24 ਮਿੰਟ ਦੀ ਹੁੰਦੀ ਹੈ। ਮੈਂ ਕਹਿੰਦਾ ਬੱਚੇ ਘੱਟ ਤੋਂ ਘੱਟ 24 ਮਿੰਟ ਬੈਠਣਾ ਪਏਗਾ। ਸਰ ਹੋਮਵਰਕ ਬੜਾ ਹੈ, ਸਰ ਟਿਊਸ਼ਨ ਵੀ ਜਾਣਾ ਹੈ, ਜਲਦੀ ਸੋਣਾ ਵੀ ਹੈ, ਖੇਡਣਾ ਵੀ ਹੈ, 24 ਮਿੰਟ ਨਹੀਂ ਕੱਢ ਸਕਦੇ। ਮੈਂ ਕਹਿੰਦਾ ਚਲੋ ਕਬੀਰ ਸਾਹਿਬ ਨੇ ਸੁਣ ਲਈ ਤੁਹਾਡੀ, ਉਹ ਕਹਿੰਦੇ ਨੇ ਆਧੀ ਘੜੀ 12 ਮਿੰਟ, 24 ਦਾ ਅੱਧਾ 12 ਮਿੰਟ। ਤੇ ਜੇ ਕੋਈ ਆਲਸੀ ਕਹਿ ਦੇਵੇ 12 ਮਿੰਟ ਵੀ ਬਹੁਤ ਜ਼ਿਆਦਾ ਨੇ, ਤੇ ਕਬੀਰ ਸਾਹਿਬ ਉੱਧਰ ਵੀ ਬੜੀ ਫਰਾਗ ਦਿਲੀ, ਬੜੀ ਦਰਿਆ ਦਿਲੀ ਦਿਖਾਉਂਦੇ ਨੇ, ਕਹਿੰਦੇ ਨੇ ਆਧੀ ਹੂੰ ਤੇ ਆਦ, 12 ਨੂੰ ਵੀ ਅੱਧਾ ਕਰ ਦਿਓ, 6 ਮਿੰਟ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਮੈਂ ਕਹਿੰਦਾ ਗੱਲਾਂ ਕਰਦੇ ਹੋਏ ਵੀ ਜੇ ਮੂੰਹੋਂ ਨਿਕਲ ਗਿਆ ਨਾ ਵਾਹਿਗੁਰੂ, ਤੇ ਉਹ ਵੀ ਲੇਖੇ ਲਿਖਿਆ ਜਾਏਗਾ ਇਸਨੇ ਬੋਲਿਆ ਸੀ ਵਾਹਿਗੁਰੂ। ਕਿਉਂਕਿ ਉਸਦਾ ਬਿਰਦ ਐਸਾ ਹੈ, ਪਤਿਤ ਪਾਵਨ ਪ੍ਰਭ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਜਿੱਥੇ ਹੋਈਏ ਤੁਰਦੇ ਫਿਰਦੇ, ਪੈਰ ਚੱਲ ਰਹੇ ਨੇ ਨਾਲ ਵਾਹਿਗੁਰੂ ਸਿਮਰਨ ਚੱਲਦਾ ਜਾਵੇ, ਉੱਠਦੇ ਬੈਠਦੇ। ਇਸੇ ਨੂੰ ਕਿਹਾ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ
हरे हर गाइए, ਜਾਂ ਫਿਰ ਉਠਤ ਬੈਠਤ ਸੋਵਤ ਨਾਮ। ਸੋ ਆਓ 2-3 ਮਿੰਟ ਅਸੀਂ ਸਿਮਰਨ ਕਰ ਲਈਏ ਔਰ ਆਪਣੇ ਜੀਵਨ ਵਿੱਚ ਇਸ ਨੂੰ ਪ੍ਰਣ ਦੇ ਤੌਰ 'ਤੇ ਬਣ ਕੇ ਲੈ ਜਾਈਏ ਕਿ ਅੱਜ ਦੇ ਗੁਰਪੁਰਬ ਤੋਂ ਅਸੀਂ ਇਹ ਸਿੱਖਿਆ, ਇਸ ਇੰਸਟਰਕਸ਼ਨ ਨੂੰ ਟ੍ਰੈਡੀਸ਼ਨ ਜੇ ਬਣ ਗਿਆ, ਇਸ ਨੂੰ ਅਸੀਂ ਸੁਪਰਸਟੀਸ਼ਨ ਨਹੀਂ ਬਣਨ ਦੇਣਾ। ਇੱਕ ਗੱਲ ਕਹਿ ਕੇ ਫਿਰ ਸਿਮਰਨ ਕਰਦੇ ਹਾਂ। ਅੰਧ ਵਿਸ਼ਵਾਸ ਮੈਂ ਕਿਹਾ ਕਿ ਅੰਧ ਵਿਸ਼ਵਾਸ ਜਦੋਂ ਜੜ੍ਹਾਂ ਵਿੱਚ ਪੈ ਜਾਏ ਉਸ ਨੂੰ ਬਾਹਰ ਕੱਢਣਾ ਬੜਾ ਔਖਾ ਹੈ। ਕੀ ਧਰਮ ਵਿੱਚ ਅੰਧ ਵਿਸ਼ਵਾਸ ਕੀਤਾ ਜਾ ਸਕਦਾ? ਅਸੀਂ ਹੁਣ ਤੱਕ ਇਹੀ 1 ਘੰਟੇ ਦੀ ਵਿਚਾਰ ਸੁਣਿਆ ਕਿ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਰ ਧਰਮ ਦੀ ਦੁਨੀਆ ਸ਼ੁਰੂ ਹੀ ਅੰਧ ਵਿਸ਼ਵਾਸ ਤੋਂ ਹੋ ਰਹੀ ਹੈ। ਕਿਉਂ? ਅੰਧ ਵਿਸ਼ਵਾਸ ਯਾਨੀ ਅੰਧਾ ਵਿਸ਼ਵਾਸ, ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਉਸ 'ਤੇ ਜਿਸ ਨੂੰ ਅਸੀਂ ਨਹੀਂ ਦੇਖਿਆ। ਦੁਨੀਆ ਵਿੱਚ ਮੈਂ ਉਸ ਚੀਜ਼ 'ਤੇ ਵਿਸ਼ਵਾਸ ਕਰਦਾ ਜਿਸ ਨੂੰ ਮੈਂ ਦੇਖ ਲਿਆ। ਮੋਬਾਈਲ ਮੇਰੇ ਕੋਲ ਹੈ, ਪਹਿਲੇ ਦੇਖਾਂਗਾ ਤਾਂ ਹੀ ਵਿਸ਼ਵਾਸ ਕਰਾਂਗਾ। ਮੇਰਾ ਘਰ ਮੇਰੇ ਕੋਲ ਹੈ, ਅੱਖਾਂ ਦੇਖਣਗੀਆਂ ਤੇ ਵਿਸ਼ਵਾਸ ਕਰ ਲੈਣਗੀਆਂ। ਮਾਂ-ਬਾਪ ਕੋਲ ਨੇ, ਅੱਖਾਂ ਦੇਖਣਗੀਆਂ ਵਿਸ਼ਵਾਸ ਕਰ ਲੈਣਗੀਆਂ। ਪਰਮਾਤਮਾ ਕੋਲ ਹੈ, ਅੱਖਾਂ ਨਹੀਂ ਦੇਖ ਰਹੀਆਂ ਪਰ ਵਿਸ਼ਵਾਸ ਕਰਨਾ ਪਏਗਾ। ਇਸੇ ਨੂੰ ਗੁਰਬਾਣੀ ਨੇ ਕਿਹਾ ਉਲਟੀ ਗੰਗ ਜਮਨ ਮਿਲਾਂ, ਇਹੀ ਉਲਟੀ ਨਦੀ ਵਹਾਣੀ ਹੈ ਅਸੀਂ। ਅੰਧ ਵਿਸ਼ਵਾਸ ਦੀ ਜਗ੍ਹਾ ਹੈ ਧਰਮ ਵਿੱਚ। ਸਵਾਮੀ ਵਿਵੇਕਾਨੰਦ ਨੂੰ ਸ਼ਿਕਾਗੋ ਵਿੱਚ ਕਿਸੇ ਨੇ ਪੁੱਛ ਲਿਆ ਸੀ ਕੀ ਧਰਮ ਵਿੱਚ ਅੰਧ ਵਿਸ਼ਵਾਸ ਦੀ ਜਗ੍ਹਾ ਹੈ? ਸਵਾਮੀ ਜੀ ਦਾ ਬੜਾ ਬਾ ਕਮਾਲ ਉੱਤਰ ਮੈਨੂੰ ਲੱਗਿਆ। ਉਹ ਕਹਿੰਦੇ ਨੇ ਧਰਮ ਵਿੱਚ ਅੰਧ ਵਿਸ਼ਵਾਸ ਦੀ ਜਗ੍ਹਾ ਹੈ, ਪਰ ਅੰਧ ਵਿਸ਼ਵਾਸ ਉਸ 'ਤੇ ਹੋਵੇ ਜਿਹੜਾ ਅੰਧਾ ਨਾ ਹੋਵੇ। ਇੱਕ ਅੰਨੇ ਨੇ ਸੜਕ ਕ੍ਰਾਸ ਕਰਨੀ ਹੋਏ ਤੇ ਨਾਲ ਦੇ ਅੰਨੇ ਨੂੰ ਹੀ ਕਵੇ ਕਿ ਮੈਨੂੰ ਸੜਕ ਕ੍ਰਾਸ ਕਰਾਈ ਜਾ, ਆਪ ਤੇ ਆਪਣੀ ਜਾਨ ਨੂੰ ਖਤਰੇ 'ਚ ਪਾ ਰਿਹਾ ਹੈ, ਜਿਸ ਨੂੰ ਕਰਾ ਰਿਹਾ ਉਹ ਵੀ ਮਰੇਗਾ ਨਾ। ਸੁਜਾਖੇ ਨੂੰ ਹੀ ਲੱਭਦਾ ਨਾ ਉਹ ਜੀ ਮੈਨੂੰ ਸੜਕ ਕ੍ਰਾਸ ਕਰਾ ਦੇ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ। ਸੋ ਸਾਨੂੰ ਤੇ ਪਤਾ ਹੈ ਕਿ ਗੁਰੂ ਸਾਡਾ ਅੰਨਾ ਨਹੀਂ। ਰੋਜ਼ ਪੜ੍ਹ ਰਹੇ ਹਾਂ ਨਾ, ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ, ਸਾਰੀਆਂ ਕਲਾ ਸੰਪੂਰਨ ਹੈ। ਤੇ ਇਹ ਤੇ ਅੰਨਾ ਨਹੀਂ। ਇਸ 'ਤੇ ਵਿਸ਼ਵਾਸ ਕਰ ਲਈਏ। ਕਿਵੇਂ ਵਿਸ਼ਵਾਸ ਕਰ ਲਈਏ? ਜੀਵਨ ਦੇ ਘੱਟ ਤੋਂ ਘੱਟ ਕਬੀਰ ਸਾਹਿਬ ਦੇ ਕਹੇ ਅਨੁਸਾਰ 6 ਮਿੰਟ ਬੈਠ ਕੇ ਵਾਹਿਗੁਰੂ ਸਿਮਰਨ, ਨਿਤਨੇਮ ਦੀ ਕੋਈ ਬਾਣੀ ਦਾ ਪਾਠ, ਵਿਚਾਰ ਨਾਲ ਅਰਥਾਂ ਸਹਿਤ ਕਰ ਲਈਏ। ਮੈਨੂੰ ਲੱਗਦਾ ਜੀਵਨ ਵਿੱਚ ਕੁਝ ਨਾ ਕੁਝ ਬਦਲਾਵ ਆ ਜਾਏਗਾ। ਮੈਂ ਵੀ ਆਪਣੇ ਤੌਰ 'ਤੇ ਕਰਾਂ, ਮੇਰਾ ਵੀ ਸਿਲੇਬਸ ਹੈ, ਮੈਂ ਕੋਈ ਵਿਦਵਾਨ ਨਹੀਂ, ਇੱਕ ਸਟੂਡੈਂਟ ਹੀ ਹਾਂ। ਮੈਨੂੰ ਲੱਗਦਾ ਸਾਰੀ ਉਮਰ ਫੋਨ ਆਇਆ ਸੀ, ਮੈਨੂੰ ਕਹਿੰਦੇ ਸਨ ਆਪ ਜੀ ਦਾ ਕਿੱਤਾ ਪ੍ਰਚਾਰਕ ਹੋਣ ਦਾ। ਮੈਂ ਕਿਹਾ ਨਹੀਂ ਜੀ, ਮੈਨੂੰ ਲੱਗਦਾ ਸਾਰੀ ਉਮਰ ਵਿੱਚ ਜੇ ਮੈਂ ਸਿੱਖ ਹੀ ਬਣ ਜਾਂ ਤਾਂ ਇਹੀ ਮੇਰਾ ਕਿੱਤਾ ਹੋ ਜਾਵੇਗਾ। ਸੋ ਆਓ ਅੱਜ ਇਹ ਕੋਸ਼ਿਸ਼ ਕਰੀਏ ਕਿ ਰੋਜ਼ ਦੇ ਘੱਟ ਤੋਂ ਘੱਟ 5 ਮਿੰਟ ਆਪਣੇ ਜੀਵਨ ਵਿੱਚ ਵਾਹਿਗੁਰੂ ਦੇ ਲੇਖੇ ਲਗਾਵਾਂਗੇ। ਕਿਵੇਂ? ਘਰ ਬੈਠਾਂਗੇ, ਬੱਚਿਆਂ ਨੂੰ ਨਾਲ ਬਿਠਾਵਾਂਗੇ ਤੇ ਕਰਾਂਗੇ ਕੀ? ਵਾਹਿਗੁਰੂ 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 गुर को बल बल जाइए से गुर को बल बल जाइए गुर को गुर को बल बल जाइए से गुर को बल बल जाइए गुर को ऐसे गुर को बल बल जाइए से गुर को बल बल जाइए आप मुकत मोह तारे ऐसे गुर को बल बल जाइए गुर को वाहेगुरु 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 सो अपने जीवन दे
घट तो घट 5-7 मिनट रोज़ दे गुरु दे लेखे लाइए तां पढ़न दे हकदार हो सकते हैं। लोक सुखिए पर लोक सुहेले, नानक हर प्रभापे मेले। मैनूं लगता है इस तरह कोई भी पुरब मनाया सफला होवेगा। होली नूं छोड़ होला मल्ला मनाइए, जिवें गुरु गोबिंद सिंह साहब दे वाक सन, अवरन की होली मम होला, कहियो कृपानित बचन अमोला। इतनी सेवा प्रवान करनी, कह के मेरे हिरदे विच कुछ वस जाए, सुन के आप सारिਆਂ ਦੇ ਹਿਰਦੇ 'ਚ वस जाए। आप सारे मेरे लिए अरदास करना, मैं आप सारे लिए अरदास करा। देहो सज्जणा सीसड़ियाँ जो होवे साहिब सिमरन, भुल्लां चुकां दी खिमा। कोटान कोट शुक्र श्री गुरु ग्रंथ साहिब जी का, जिन्हों ने सिर ते हाथ रख के आप सेवा ली, आप संगत दे दीदार बख्शे। मैनेजमेंट कमेटी का जिन्होंने फोन करके सेवा लाई सी, आस करते हैं कि भुल्लां चुकां मेरी आप जी खिमा करोगे। संगत रब रूप है। इत्थे ही समाप्ति है जी। फतेह गजाइए जी। वाहिगुरू जी का खालसा, वाहिगुरू जी की फतेह। चालू करो। वाहिगुरू जी का खालसा, वाहिगुरू जी की फतेह। जय साध संगत जी, जिस साडी खराब पैसा भाई जी आप गुरु महाराज के आशीर्वाद जानना पाया है।